Basically, key evidence that my muscular energy stored in my body as a potential energy transformed into kinetic energy. Movement आ गई ना सिर्फ बस transform. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਅੱਜ ਬਹੁਤ ਹੀ ਸਪੈਸ਼ਲ ਐਪੀਸੋਡ 4 ਕ੍ਰੈਕ ਯੂਅਰ ਸਟੱਡੀ ਕੋਡ। ਸੋ ਪਲੀਜ਼ ਪਹਿਲਾਂ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਇਸ ਤੋਂ ਬਿਨਾਂ ਰੇਡੀਓ ਸਾਂਝੀ ਆਵਾਜ਼ ਦੀ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੁਸੀਂ ਜਿੱਥੇ ਵੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਤੇ ਉੱਥੋਂ ਬੈਠੇ ਤੁਸੀਂ ਸੁਣ ਸਕਦੇ ਹੋ ਰੇਡੀਓ ਦੇ ਸਾਰੇ ਸ਼ੋਜ਼। ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ ਇੰਦਰਪਾਲ ਕੌਰ ਤੇ ਸਾਰਿਆਂ ਦਾ ਸਵਾਗਤ ਹੈ ਸਟੱਡੀ ਕੋਡ ਦੇ ਵਿੱਚ। ਤੇ ਹੋਰ ਜਸਪ੍ਰੀਤ ਕੀ ਹਾਲ ਚਾਲ ਆ? ਵਧੀਆ ਇੰਦਰ, ਤੁਸੀਂ ਸੁਣਾਓ ਕਿਵੇਂ ਹੋ? ਮੈਂ ਵੀ ਬਹੁਤ ਵਧੀਆ ਵਾਂ ਤੇ ਅੱਜ ਦਾ ਜਿਹੜਾ ਸਾਡਾ ਐਪੀਸੋਡ ਆ, ਸਾਡਾ ਐਪੀਸੋਡ 4 ਹੋ ਰਿਹਾ ਵਾ ਤੇ ਬਹੁਤ ਸਪੈਸ਼ਲ ਜਾਣਾ ਵਾ ਬਹੁਤ ਤੇ ਸਪੈਸ਼ਲ ਬਿਲਕੁਲ ਜੀ। ਬਾਕੀ ਹਾਂਜੀ, ਮੈਂ ਸ਼ੁਰੂਆਤ ਕਰੂੰਗੀ ਇੰਦਰ ਤੁਹਾਡੇ ਤੋਂ ਇੱਕ ਬਹੁਤ ਹੀ ਇੰਟਰਸਟਿੰਗ ਕੁਐਸਚਨ ਪੁੱਛਣ ਲੱਗੀ ਹਾਂ। ਮੈਨੂੰ ਇਹ ਦੱਸੋ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਤੁਹਾਡੇ ਫੇਵਰਿਟ ਸਬਜੈਕਟਸ ਕਿਹੜੇ ਸੀਗੇ? ਮੇਰੇ ਫੇਵਰਿਟ ਸਬਜੈਕਟ ਸੀਗੇ ਇੰਗਲਿਸ਼ ਤੇ ਸਮਾਜਿਕ ਸਿੱਖਿਆ। ਸਮਾਜਿਕ ਸਿੱਖਿਆ, ਓਕੇ ਠੀਕ ਹੈ। ਤੇ ਕੋਈ ਏਦਾਂ ਦਾ ਸਬਜੈਕਟ ਜਿਹੜਾ ਤੁਹਾਨੂੰ ਬੋਰਿੰਗ ਲੱਗਦਾ ਹੋਵੇ ਜਾਂ ਡਿਫਿਕਲਟ ਲੱਗਦਾ ਹੋਵੇ? ਬੋਰਿੰਗ ਤਾਂ ਨਹੀਂ ਸੀਗਾ ਪਰ ਡਿਫਿਕਲਟ ਸੀਗਾ ਕਿਉਂਕਿ ਮੈਨੂੰ ਲੱਗਦਾ ਮੈਂ ਨਹੀਂ, ਸਾਰੇ ਬੱਚਿਆਂ ਨੂੰ ਸ਼ਾਇਦ ਹੋ ਸਕਦਾ ਕਿ ਜਿਵੇਂ ਮੈਂ ਕਹਿ ਸਕਦੀ ਮੈਥ ਤੇ ਸਾਇੰਸ ਦੋਨੋਂ ਹੀ ਬੋਰਿੰਗ ਨਹੀਂ ਹੁੰਦੇ ਪਰ ਮੀਨਸ ਉਹ ਜਲਦੀ ਸਮਝ ਨਹੀਂ ਆਉਂਦੇ ਜਲਦੀ ਦੋਸਤੀ ਨਹੀਂ ਹੁੰਦੀ ਉਹਨਾਂ ਨਾਲ। ਕਹਿ ਸਕਦੇ ਹੋ। ਜਸਪ੍ਰੀਤ ਤੁਹਾਡੇ ਕਿਹੜੇ ਸੀਗੇ ਫੇਵਰਿਟ? ਫੇਵਰਿਟ ਇੰਦਰ ਮੇਰਾ ਵੈਸੇ ਕੋਈ ਨਹੀਂ ਸੀਗਾ ਬਟ ਡਿਫਿਕਲਟ ਬਹੁਤ ਸੀਗੇ ਮੇਰੇ ਲਈ ਦੋ ਸਬਜੈਕਟ, ਸਾਇੰਸ ਤੇ ਮੈਥ ਆਬਵੀਅਸ। ਓਕੇ, ਤੁਹਾਡੇ ਵੀ? ਮੈਥ ਦਾ ਸਬਜੈਕਟ ਏਦਾਂ ਦਾ ਸੀਗਾ ਕਿ ਲਾਈਕ ਨਾ ਜਿਹਦਾ ਨਾ ਬੰਦਾ ਬਿਮਾਰ ਹੋ ਜਾਂਦਾ ਸੁਣ ਕੇ ਮੈਥ ਦਾ ਨਾਮ ਲੈ ਕੇ, ਏਦਾਂ ਮੇਰੇ ਨਾਲ ਹੁੰਦਾ ਸੀਗਾ। ਖਾਸ ਕਰਕੇ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਸੀਗੇ ਕੁਝ ਸਾਈਨ ਥੀਟਾ ਕਾਸ ਥੀਟਾ ਜਿਹੜੇ ਮੈਨੂੰ ਕਦੀ ਜ਼ਿੰਦਗੀ 'ਚ ਯਾਦ ਹੀ ਨਹੀਂ ਹੋਏ। ਤੇ ਲਾਈਕ ਜਿਹੜੇ ਸਾਇੰਸ ਦਾ ਸੀਗਾ, ਸਾਇੰਸ ਦੇ ਅੱਜ ਵੀ ਨਾ ਕਈ ਵਾਰ ਮੈਨੂੰ ਡਰਾਵਨੇ ਸੁਪਨੇ ਆਉਂਦੇ ਆ ਕਿ ਯਾਰ ਮੇਰਾ ਪੇਪਰ ਆ ਗਿਆ ਤੇ ਲਓ ਮੈਂ ਹਾਲ ਤੱਕ ਚੇਤੇ ਵੀ ਨਹੀਂ ਕੀਤੇ ਮੇਰੇ ਨਾਲ ਥੋੜਾ ਡਿਫਰੈਂਟ ਹੁੰਦਾ ਵਾ ਕਿ ਮੈਂ ਐਕਚੁਅਲੀ ਕੁਐਸਚਨ ਸੋਲਵ ਕਰ ਰਹੀ ਹਾਂ ਤੇ ਕੁਐਸਚਨ ਸੋਲਵ ਮੇਰੇ ਤੋਂ ਹੋ ਨਹੀਂ ਰਿਹਾ। ਮੈਂ ਚੈੱਕ ਕਰ ਰਹੀ ਹਾਂ ਕਿ ਕਿਹਦੇ ਤੋਂ ਮੈਂ ਹੈਲਪ ਲਵਾਂ ਕਿ ਇਹ ਕੁਐਸਚਨ ਮੈਂ ਕਿੱਦਾਂ ਸੋਲਵ ਕਰਾਂ। ਠੀਕ ਮੈਨੂੰ ਨਾ ਇੰਦਰ ਯਾਦ ਹੈ ਲਾਈਕ ਜਦੋਂ ਸਕੂਲ 'ਚ ਪੜ੍ਹਦੀ ਸੀਗੀ ਮੇਰੇ ਨਾ ਡੈਡ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਮੈਥ ਕੁੜੀਏ ਮੈਥ ਪੜ੍ਹ ਲਾ, ਮੈਥ ਹੀ ਕੰਮ ਆਉਣਾ ਸਾਰੀ ਜ਼ਿੰਦਗੀ, ਬਾਕੀ ਸਬਜੈਕਟ ਸਾਈਡ ਤੇ, ਮੈਥ ਇੱਕ ਪਾਸੇ ਹੈ। ਉਸ ਟਾਈਮ ਆਪਾਂ ਹਨਾ ਇੰਨੇ ਸੀਰੀਅਸ ਨਹੀਂ ਸੀ ਲੈਂਦੇ ਕਿ ਆਪਾਂ ਉਹਨੂੰ ਲੈਂਦੇ ਸੀ ਐਜ਼ ਅ ਸਬਜੈਕਟ ਹੀ ਲੈਂਦੇ ਸੀਗੇ। ਬਟ ਹਾਂ ਟਾਈਮ ਦੇ ਨਾਲ ਪਤਾ ਲੱਗਦਾ ਹੈ ਕਿ ਮੈਥ ਤੁਹਾਡਾ ਹਰ ਟਾਈਮ ਕੰਮ ਆਉਣ ਵਾਲਾ ਸਬਜੈਕਟ ਆ। ਇਹਦੇ ਤੋਂ ਤੁਸੀਂ ਛੁਟਕਾਰਾ ਪਾ ਹੀ ਨਹੀਂ ਸਕਦੇ ਹਨਾ ਹਾਂਜੀ, ਸਪੈਸ਼ਲੀ ਜਦੋਂ ਸ਼ਾਪਿੰਗ ਤੇ ਲਿਖਿਆ ਹੁੰਦਾ 50% ਆਫ 70% ਆਫ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਵਿੱਚੋਂ ਕਿੰਨੇ ਪਰਸੈਂਟ ਆਫ ਕਰੀਏ। ਬਿਲਕੁਲ ਤੇ ਬਾਕੀ ਇੰਦਰ ਤੁਹਾਨੂੰ ਪਤਾ ਹੁਣ ਇਹਨਾਂ ਸਾਰੀਆਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਮੈਂ ਲੱਭ ਲਿਆ ਆ ਤੇ ਉਹਦੇ ਵਾਸਤੇ ਸਾਡੇ ਆਪਣੇ ਸ਼ੋਅ ਦੇ ਵਿੱਚ ਅੱਜ ਬਹੁਤ ਹੀ ਖਾਸ ਮਹਿਮਾਨ ਆ ਰਹੇ ਨੇ ਜਿਨ੍ਹਾਂ ਦੀਆਂ ਪਿਛਲੇ ਕੁਝ ਮਹੀਨਿਆਂ ਤੋਂ ਨਾ ਕਾਫੀ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਮੈਂ ਖੁਦ ਦੇਖੀਆਂ ਨੇ ਵੀਡੀਓਜ਼ ਤੇ ਉਹਨਾਂ ਦੀ ਖਾਸੀਅਤ ਇਹੀ ਹੈ ਕਿ ਉਹਨਾਂ ਨੇ ਜਿਹੜਾ ਇਦਾਂ ਦੇ ਜਿਹੜੇ ਸਬਜੈਕਟਸ ਨੂੰ ਇੰਨੇ ਵਧੀਆ ਤਰੀਕੇ ਨਾਲ ਸਮਝਾਇਆ ਆ, ਇਦਾਂ ਦੇ ਤਰੀਕੇ ਬਣਾਏ ਆ ਕਿ ਤੁਹਾਨੂੰ ਇਹ ਸਬਜੈਕਟ ਡਿਫਿਕਲਟ ਨਹੀਂ ਲੱਗੇਗਾ ਬਟ ਯੈਸ ਤੁਹਾਨੂੰ ਪਿਆਰ ਜ਼ਰੂਰ ਹੋ ਜਾਏਗਾ ਦੋਵਾਂ ਸਬਜੈਕਟਸ ਦੇ ਨਾਲ। ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਵਾਲਾ ਅੱਜ ਦਾ ਸ਼ੋਅ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੋਣ ਵਾਲਾ ਆ ਤੇ ਆਪਾਂ ਆਪਣੇ ਸਵਾਗਤ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ ਲੈਬਸ ਔਨ ਵੀਲਸ ਦੇ ਫਾਊਂਡਰ ਡਾਕਟਰ ਜਸਵਿੰਦਰ ਸਿੰਘ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਉਹ ਬਸ ਤਾਰੀਫ ਦੇ ਵਿੱਚ ਲਾਈਨਾਂ ਸੀਗੀਆਂ ਥੋੜੀਆਂ ਜਿਹੀਆਂ, ਕਹਿੰਦੇ ਅ ਟਰੂ ਟੀਚਰ ਟੀਚਸ ਫਰਮ ਹਰਟ ਨਾਟ ਫਰਮ ਦ ਬੁੱਕ। ਬਾਕੀ ਸਰ ਤੁਹਾਡਾ ਨਾ ਪਹਿਲਾਂ ਤੇ ਸਭ ਤੋਂ ਪਹਿਲਾਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਇੰਨੇ ਬਿਜ਼ੀ ਸਕੇਡਿਊਲ ਸਾਡੇ ਲਈ ਟਾਈਮ ਕੱਢ ਕੇ ਆਏ ਹੋ। ਸੋ ਰੀਅਲੀ ਐਪਰੀਸ਼ੀਏਟਡ ਐਂਡ ਥੈਂਕਸ ਅ ਲੋਟ। ਨਹੀਂ ਧੰਨਵਾਦ ਤਾਂ ਤੁਹਾਡਾ ਜੀ। ਤੁਸੀਂ ਇੰਟਰਨੈਸ਼ਨਲੀ ਇਹ ਸਾਰਿਆਂ ਨੂੰ ਮਿਲਾ ਰਹੇ ਹੋ ਤਾਂ ਇਟ ਮੀਨਸ ਯੂ ਹੈਵ ਅ ਜ਼ੀਲ ਟੂ ਇਹਨੂੰ ਕਰਨ ਦਾ ਨਾ ਜੋ ਸਾਡੀ ਸਟੱਡੀ ਹੈ ਉਸ ਨੂੰ ਮਤਲਬ ਵੀ ਪਪੂਲਰ ਕਰਨ ਦੇ ਲਈ, ਚਾਹੇ ਉਹ ਮੈਥਮੈਟਿਕਸ ਹੈ ਚਾਹੇ ਸਾਇੰਸ ਹੈ, ਉਹ ਕਿਉਂ ਪਿੱਛੇ ਰਹਿ ਗਈ, ਉਸਨੂੰ ਪਪੂਲਰਾਈਜ਼ ਕਰਨ ਦੇ ਲਈ ਜਿਹੜਾ ਤੁਹਾਡਾ ਐਫਰਟ ਹੈ ਉਹ ਵਾਕਈ ਐਪਰੀਸ਼ੀਏਬਲ ਹੈ। ਥੈਂਕ ਯੂ ਸਰ ਇਟਸ ਅ ਪਲੇਜ਼ਰ ਕਿਉਂਕਿ ਮੈਂ ਖੁਦ ਬਹੁਤ ਇੰਪ੍ਰੈਸ ਹੋਈ ਹਾਂ ਤੁਹਾਡੇ ਤੋਂ, ਤੁਹਾਡੇ ਸਕਿੱਲਸ ਵੇਖ ਕੇ। ਲਾਈਕ ਮੈਂ ਤੇ ਇਵਨ ਮਿਸ ਕਰ ਰਹੀ ਕਿ ਮੈਂ ਕਾਸ਼ ਦੁਬਾਰਾ ਮੈਨੂੰ ਟਾਈਮ ਮਿਲੇ ਸਕੂਲ ਜਾਣ ਦਾ ਤੇ ਮੈਂ ਤੁਹਾਡੇ ਤੋਂ ਦੁਬਾਰਾ ਤੋਂ ਆਗੇ ਪੜਾਂ ਸੀਰੀਅਸਲੀ ਸਰ। ਬਾਕੀ ਸਰ ਮੈਂ ਸਟਾਰਟ ਕਰਨਾ ਚਾਹੂੰਗੀ ਆਪਣਾ ਤੁਹਾਡੇ ਤੋਂ ਇੱਕ ਕੁਐਸਚਨ ਹੈ ਲਾਈਕ ਤੁਸੀਂ ਬਹੁਤ ਜ਼ਿਆਦਾ ਬੱਚਿਆਂ ਦਾ ਇੰਸਪੀਰੇਸ਼ਨ ਹੋ, ਬਹੁਤ ਵੱਡੇ ਛੋਟੇ ਸਾਰਿਆਂ ਲਈ ਤੁਸੀਂ ਇੰਸਪੀਰੇਸ਼ਨ ਹੋ।
ਪਰ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੂੰਗੀ, ਤੁਸੀਂ ਖੁਦ ਕਿਵੇਂ ਇਨਸਪਾਇਰਡ ਹੋਏ, ਤੁਹਾਨੂੰ ਲਾਈਕ ਇਨਸਪੀਰੇਸ਼ਨ ਕਿੱਥੋਂ ਮਿਲੀ ਹੈ? ਦੇਖੋ ਇਹ ਸਾਰੀ ਦੀ ਸਾਰੀ ਜੋ ਇਨਸਪੀਰੇਸ਼ਨ ਹੈ ਨਾ ਜੀ, ਇਹ ਹਾਂਜੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਮਤਲਬ ਵੀ ਜਿਸ ਨੂੰ ਕਹਿੰਦੇ ਨਾ ਪਾਵਰ ਕੰਮ ਕਰ ਰਹੀ ਹੁੰਦੀ ਹੈ। ਉਹ ਇੱਕ ਹਾਂਜੀ ਤਾਂ ਇਹ ਕਿਹਾ ਜਾਂਦਾ ਵੀ ਸਾਡੀ ਨੇਚਰ ਦੇ ਵਿੱਚ ਜਿਹੜਾ ਹੈਗਾ ਹੈ ਨਾ ਕੁਝ ਐਗਜ਼ਿਸਟ ਇਸ ਤਰ੍ਹਾਂ ਦਾ ਕਰ ਰਿਹਾ ਜਿਸ ਨੇ ਸਾਨੂੰ ਬਣਾਇਆ ਹੋਊਗਾ, ਹੈ ਨਾ। ਹਾਂਜੀ ਤੇ ਉਹ ਕਿਸ ਤਰ੍ਹਾਂ ਉਸ ਦੇ ਨਾਲ ਪਲਾਨਿੰਗ ਹੋਈ ਹੋਊਗੀ, ਉਸਨੇ ਕੀਤੀ ਹੋਊਗੀ ਜਿਸ ਨੇ ਸਾਨੂੰ ਬਣਾਇਆ ਹੈ ਨਾ, ਕਿਉਂਕਿ ਅਸੀਂ ਵੀ ਕੋਈ ਨਾ ਕੋਈ ਚੀਜ਼ ਬਣਾਉਂਦੇ ਹਾਂ। ਤਾਂ ਇਸ ਦਾ ਮਤਲਬ ਉਹ ਕੋਈ ਪਾਵਰ ਐਸੀ ਹੈ ਜਿਸਨੇ ਸਾਰਿਆਂ ਦੇ ਵਿੱਚ ਇਕੁਐਲਿਟੀ ਰੱਖ ਕੇ, ਉਹ ਰੈੱਡ ਕਲਰ ਵਾਲਾ ਹੀ ਬਲੱਡ ਰੱਖ ਕੇ ਸਾਡੇ ਸਾਰੇ ਹਿਊਮਨਸ ਦੇ ਵਿੱਚ, ਤੇ ਉਹ ਕਿਸ ਤਰ੍ਹਾਂ ਦੇ ਨਾਲ ਮਤਲਬ ਵੀ ਉਹ ਫਾਰਮੂਲਾ ਤਿਆਰ ਕੀਤਾ ਹੋਊਗਾ ਵੀ ਹਰ ਇੱਕ ਦਾ ਹਾਰਟ ਇੱਥੇ ਹੀ ਹੋਊਗਾ, ਹਰ ਇੱਕ ਦੇ ਜਿਹੜੇ ਆਈਜ਼ ਹੈ ਇੱਥੇ ਹੀ ਹੋਣਗੀਆਂ। ਤਾਂ ਮਤਲਬ ਇਹ ਜਿਹੜੀ ਚੀਜ਼ ਹੈ ਨਾ, ਇਹ ਸਾਰੀ ਦੀ ਸਾਰੀ, ਫਿਰ ਮੈਂ ਜਦੋਂ ਸੋਚਦਾ ਕਿ ਇਹ ਸਾਰੀ ਦੀ ਸਾਰੀ ਚੀਜ਼ ਕਿਸ ਦੇ ਨਾਲ ਜੁੜੀ ਹੋਈ ਹੈ, ਤਾਂ ਉਹ ਸਾਰਾ ਹੈ ਸਾਡਾ ਮੈਥਮੈਟਿਕਸ ਹੈ, ਗਣਨਾ ਹੈ, ਜਿਸਨੂੰ ਇਸ ਲਈ ਇਸ ਨੂੰ ਪੰਜਾਬੀ ਦੇ ਵਿੱਚ ਗਣਿਤ ਦਾ ਨਾਮ ਦਿੱਤਾ ਗਿਆ। ਤਾਂ ਮੈਥਮੈਟਿਕਸ ਦੀ ਸਟੱਡੀ ਹੈ ਜਿਹੜੀ, ਉਹ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਮੈਥਮੈਟਿਕਸ ਹੀ ਸਾਰਾ ਕੁਝ ਕਰ ਰਿਹਾ ਹੈ ਮੇਰੇ ਮੰਨਣ ਮੁਤਾਬਕ। ਕਿਉਂਕਿ ਮੈਨੂੰ ਇੱਥੇ ਗੱਲ ਯਾਦ ਆਉਂਦੀ ਹੈ, ਕਿਉਂਕਿ ਜਦੋਂ ਮੈਂ ਗੁਰਬਾਣੀ ਨੂੰ ਪੜ੍ਹਦਾ ਨਾ, ਤਾਂ ਉੱਥੇ ਮੈਂ ਦੇਖਦਾ ਕਿ ਗੁਰਬਾਣੀ ਦੇ ਵਿੱਚ ਦੇਖੋ ਭਾਸ਼ਾਵਾਂ ਬਹੁਤ ਸਾਰੀਆਂ ਮਹਾਰਾਜ ਨੇ ਉਹਨੂੰ ਲਿਆਂਦੀਆਂ, ਯੂਜ਼ ਦੇ ਵਿੱਚ ਲਿਆਂਦੀਆਂ, ਹਾਂਜੀ ਲੇਕਿਨ ਜਦੋਂ ਗੁਰਮੁਖੀ ਦੇ ਅੱਗੇ, ਓਂਕਾਰ ਦੇ ਅੱਗੇ ਏਕਾ ਲਾ ਦਿੰਦੇ ਆ ਮੈਥਮੈਟਿਕਸ ਦਾ, ਤਾਂ ਦੈਟ ਬਿਕਮਸ ਅਮੇਜ਼ਿੰਗ, ਯੂ ਕੈਨ ਸੇ, ਕਿ ਉਹ ਤਾਂ ਮਤਲਬ ਵੀ ਸਾਡੀ ਸਮਝ ਤੋਂ ਹੀ ਬਾਹਰ ਹੋ ਜਾਂਦੀ ਹੈ ਗੱਲ ਵੀ ਗੁਰਮੁਖੀ ਭਾਸ਼ਾ ਤੇ ਮੈਥਮੈਟਿਕਸ ਦਾ ਕੀ ਸੰਬੰਧ ਹੈ, ਦੇਖੋ ਤੁਸੀਂ। ਔਰ ਜਦੋਂ ਸਮਾਪਤੀ ਕਰਦੇ ਆ ਤਾਂ ਉਸ ਵਕਤ ਵੀ ਇਹ ਪੰਕਤੀਆਂ ਸੁਣਨ ਨੂੰ ਮਿਲਦੀਆਂ ਸਾਨੂੰ, ਖਸਟ ਰਾਗ ਉਨਗਾਏ ਸੰਗ ਰਾਗਨੀ 30 ਸਭੇ ਪੁੱਤਰ ਰਾਗਨ ਕੇ 18 10 20। ਤਾਂ ਫਿਰ ਮੈਥਮੈਟਿਕਸ ਦੇ ਨਾਲ ਹੀ ਮਤਲਬ ਵੀ ਸਮਾਪਤੀ ਹੋ ਰਹੀ ਹੈ। ਤਾਂ ਮਤਲਬ ਇਹ ਮਤਲਬ ਇਸ ਤਰ੍ਹਾਂ ਲੱਗਦਾ ਵੀ ਕਮਾਲ ਹੈ ਵੀ ਕਿਸ ਤਰ੍ਹਾਂ ਦੇ ਨਾਲ। ਔਰ ਜਦੋਂ ਮੈਂ ਹਾਰਮੋਨੀਅਮ ਦੀ ਗੱਲ ਕਰਦਾ ਕਿ ਹਾਰਮੋਨੀਅਮ ਤੇ ਅਸੀਂ ਸ਼ਬਦ ਵੀ ਗਾਇਨ ਕਰਦੇ ਹਾਂ, ਭਜਨ ਵੀ ਗਾਇਨ ਕਰਦੇ ਹਾਂ, ਹੈ ਨਾ, ਗਾਣੇ ਵੀ ਅਸੀਂ ਸੁਣਦੇ ਹਾਂ, ਗਾਉਂਦੇ ਹਾਂ, ਲੇਕਿਨ ਉਸ ਦੇ ਵਿੱਚ ਜਿਹੜਾ ਉਹ ਸਿੰਕਰੋਨਾਈਜੇਸ਼ਨ ਹੈ, ਜਿਹੜੇ ਉਹ 7 ਸੁਰ ਹੈ ਨਾ, ਤੇ ਉਹਨਾਂ ਦੇ ਵਿੱਚ ਅੱਗੇ 12 into 4 48 ਕਰਕੇ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਮੈਨੇਜ ਕੀਤਾ ਜਾਂਦਾ ਹੈ, ਤੇ ਉਹ ਧੁਨਾਂ ਕਿਵੇਂ ਨਿਕਲਦੀਆਂ, ਤੇ ਉਹ ਧੁਨਾਂ ਸਾਡੇ ਅੰਦਰ ਕਿਵੇਂ ਜਾਂਦੀਆਂ, ਸਾਡੇ ਕੰਨ 'ਚ ਕਿਵੇਂ ਐਂਟਰ ਕਰਦੀਆਂ। ਕਿਉਂ ਕਦੇ ਕਿਸੇ ਸਟੂਡੈਂਟ ਨੇ ਇਹ ਨਹੀਂ ਕਿਹਾ ਹੈ ਕਿ ਸਰ ਪਲੀਜ਼ ਥੋੜੀ ਦੇਰ ਚੁੱਪ ਕਰ ਜਾਓ, ਮੇਰੇ ਕੰਨਾਂ ਦੇ ਵਿੱਚ ਅੱਖਰ ਵੜ ਗਏ ਹੋਏ ਆ, ਅੱਖਰ ਮੈਂ ਕੱਢ ਤਾਂ ਲਵਾਂ, ਭਰ ਗਏ ਹੋਏ ਆ ਮੇਰੇ ਕੰਨ। ਨਹੀਂ, ਐਸਾ ਕੁਝ ਨਹੀਂ ਹੁੰਦਾ ਹੈ। ਤੋ ਇਹ ਸਾਰੇ ਜਾਣਨਾ, ਤੇ ਫਿਰ ਅਸੀਂ ਇਸ ਨੂੰ ਸਾਇੰਸ ਦੇ ਸਵਿਚ ਕਰਦੇ ਹਾਂ ਕਿ ਸਾਰਾ ਤੇ ਸਾਰਾ ਇਹਦੇ ਪਿੱਛੇ ਸਾਇੰਸ ਹੈ ਕਿ ਕਿਵੇਂ ਵੇਵਸ ਟਰੈਵਲ ਕਰਦੀਆਂ, ਕਿਸ ਤਰ੍ਹਾਂ ਜਾਂਦੀਆਂ, ਵੇਵਸ ਦੇ ਟਰੈਵਲ ਕਰਨ ਦਾ ਤਰੀਕਾ ਕੀ ਹੁੰਦਾ। ਹੁਣ ਜਸਪ੍ਰੀਤ ਜੀ, ਜਿਹੜਾ ਤੁਸੀਂ ਇਹ ਸਵਾਲ ਮੈਨੂੰ ਪੁੱਛਿਆ ਨਾ ਕਿ ਇਸ ਦੇ ਪਿੱਛੇ ਉਹ ਕੀ ਪਾਵਰ ਹੈ, ਤਾਂ ਉਹ ਪਾਵਰ ਹੈ ਜਿਹੜੀ ਸਾਡੀ ਅਲਟੀਮੇਟ ਪਾਵਰ ਹੈ, ਜਿਹੜੀ ਹੈ ਨਾ, ਜਿਸ ਨੂੰ ਅਸੀਂ ਰੱਬ ਕਹਿੰਦੇ ਆ, ਵਾਹਿਗੁਰੂ ਕਹਿੰਦੇ ਆ, ਅੱਲਾ ਕਹਿੰਦੇ ਆ, ਰਾਮ ਕਹਿੰਦੇ ਆ, ਗੋਡ ਕਹਿੰਦੇ ਆ। ਤਾਂ ਉਹ ਜਿਹੜੀ ਪਾਵਰ ਹੈ ਉਹ ਤਾਂ ਹੈ ਹੀ ਹੈ, ਉਹ ਬੇਸ਼ੱਕ ਮਤਲਬ ਸਾਨੂੰ ਨਜ਼ਰ ਨਹੀਂ ਆ ਰਹੀ, ਲੇਕਿਨ ਉਸ ਤੋਂ ਬਾਅਦ ਸਾਡੇ ਕੋਲ ਕੁਝ ਗਾਈਡ ਐਸੇ ਹੁੰਦੇ ਆ, ਹੈ ਨਾ। ਸਭ ਤੋਂ ਪਹਿਲੇ ਸਾਡੇ ਗਾਈਡ ਹੁੰਦੇ ਆ ਪੇਰੈਂਟਸ, ਮਦਰ ਫਾਦਰ, ਜਿਹੜੇ ਕਿ ਸਾਨੂੰ ਮਤਲਬ ਵੀ ਇਹ ਚੂਜ਼ ਕਰਕੇ ਦਿੰਦੇ ਆ, ਕਿਉਂਕਿ ਸਾਨੂੰ ਤਾਂ ਨੌਲੇਜ ਨਹੀਂ ਹੁੰਦੀ, ਉਹ ਚੂਜ਼ ਕਰਕੇ ਦਿੰਦੇ ਆ ਤੁਹਾਨੂੰ ਅਸੀਂ ਕਿੱਥੇ ਭੇਜਣਾ ਪੜ੍ਹਾਉਣ ਵਾਸਤੇ, ਤੁਹਾਨੂੰ ਅਸੀਂ ਕਿਸ ਦੇ ਕੋਲ ਲੈ ਕੇ ਜਾਣਾ, ਤੁਹਾਡੇ ਸੰਸਕਾਰ ਕਿੱਦਾਂ ਦੇ ਹੋਣਗੇ। ਤਾਂ ਫਸਟ ਪਾਵਰ ਹੈ ਜਿਹੜੀ ਉਹ ਸਾਡੇ ਪੇਰੈਂਟਸ ਹੋ ਜਾਂਦੇ ਆ ਫਿਰ ਸਾਡੇ ਸਮਾਜ ਦੇ ਵਿੱਚ ਆਉਣ ਤੋਂ ਬਾਅਦ, ਹੈ ਨਾ। ਤਾਂ ਹੁਣ ਉਹ ਜਿਹੜੇ ਪੇਰੈਂਟਸ ਹੈ ਉਹ ਫਿਰ ਸਾਡੇ ਕੋਲ ਅਗਲੀ ਪਾਵਰ ਦੇ ਕੋਲ ਭੇਜ ਕੇ ਆਉਂਦੇ, ਜਿਸ ਨੂੰ ਟੀਚਰ ਕਿਹਾ ਜਾਂਦਾ। ਤਾਂ ਹੁਣ ਉਹ ਜਿਹੜਾ ਟੀਚਰ ਹੈ ਨਾ ਸਾਡੇ ਕੋਲ, ਤਾਂ ਉਹ ਟੀਚਰ ਤਾਂ ਮਤਲਬ ਗਾਈਡ, ਮੈਂਟਰ, ਬਸ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਮਤਲਬ ਮੈਂ ਜੇ ਟੀਚਰ ਨੂੰ ਐਕਸਪਲੇਨ ਕਰਨਾ ਚਾਹਾਂ ਨਾ, ਤਾਂ ਮੇਰੇ ਕੋਲ ਸ਼ਬਦ ਘਟ ਜਾਂਦੇ ਆ। ਬਿਲਕੁਲ ਸਹੀ ਹੈ, ਬਿਲਕੁਲ ਸਰ, ਮੈਂ ਐਗਰੀ ਹਾਂ ਤੁਹਾਡੀ ਇਸ ਗੱਲ ਨਾਲ। ਫਸਟ ਹਾਂਜੀ, ਸੌਰੀ ਸਰ, ਹਾਂਜੀ ਸੋ ਇਹ ਮੈਂ ਕਹਿ ਰਹੀ ਸੀ ਕਿ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਕਿ ਫਸਟ ਗੁਰੂ ਤੁਹਾਡੇ ਪੇਰੈਂਟਸ ਹੀ ਹੁੰਦੇ ਆ, ਉਸ ਤੋਂ ਬਾਅਦ ਜਦੋਂ ਸਕੂਲ ਜਾਣ ਤੁਹਾਡੇ ਟੀਚਰ। ਬਿਲਕੁਲ ਬਿਲਕੁਲ, ਕਿਉਂਕਿ ਉਹਨਾਂ ਨੇ ਸਾਨੂੰ ਟੀਚਰ ਦੇ ਸਪੁਰਦ ਕੀਤਾ। ਹਾਂਜੀ ਹਾਂਜੀ, ਬਿਲਕੁਲ ਸਰ। ਤਾਂ ਹੁਣ ਉਸ ਦੇ ਵਿੱਚ ਅਸੀਂ ਸੈਂਸ ਕੇ ਜੀ ਲੈਣੀ ਹੈ। ਮੈਂ ਬੱਚਿਆਂ ਨੂੰ ਕਹਿਣਾ ਕਿ ਬੱਚਿਓ, ਤੁਸੀਂ ਇਹਨਾਂ ਚੀਜ਼ਾਂ ਤੋਂ ਸਿੱਖੋ ਕਿ ਜਦ ਤੱਕ ਤੁਸੀਂ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਬੈਠ ਕੇ ਪ੍ਰਸ਼ਨ ਨਹੀਂ ਨਾ ਕਰਦੇ, ਉਦੋਂ ਤੱਕ ਤੁਸੀਂ ਧਿਆਨ ਨਾਲ ਨਹੀਂ ਸੁਣ ਰਹੇ। ਤਾਂ ਮੈਂ ਇਸ ਦੇ ਵਿੱਚ ਇੱਕ ਰਿਸਰਚ ਕਰਕੇ ਇੱਕ ਗੱਲ ਇਹ ਵੀ ਲੱਭੀ ਕਿ ਹਰ ਇੱਕ ਜਾਣਾ, ਕੋਈ ਵੀ ਹੈ, ਚਾਹੇ ਟੀਚਰ ਹੈ, ਚਾਹੇ ਪੇਰੈਂਟਸ ਹੈ, ਉਹ ਕਹਿੰਦੇ ਧਿਆਨ ਨਾਲ ਸੁਣ। ਹਾਂਜੀ, ਹਮੇਸ਼ਾ ਇਹ ਗੱਲ ਕਹੀ ਜਾਂਦੀ, ਧਿਆਨ ਨਾਲ ਸੁਣ। ਤਾਂ ਮੈਂ ਇਸ ਦੇ ਵਿੱਚੋਂ ਇੱਕ ਖੋਜ ਕੀਤੀ ਕਿ ਇਹ ਕਿਉਂ ਕਿਹਾ ਜਾਂਦਾ ਧਿਆਨ ਨਾਲ ਸੁਣ, ਜਦ ਕਿ ਅਸੀਂ ਕੰਨਾਂ ਨਾਲ ਸੁਣਦੇ ਹਾਂ। ਸਹੀ ਹੈ ਵੀ ਇਹ ਧਿਆਨ ਨਾਲ ਸੁਣਨਾ ਕੋਈ ਵੱਖਰੀ ਗੱਲ ਹੈ। ਤਾਂ ਫਿਰ ਸਾਨੂੰ ਸਮਝ ਆਇਆ ਕਿ ਉਹ ਇਹ ਧਿਆਨ ਤੇ ਸੁਣਨਾ ਦੋਏ ਅਲੱਗ-ਅਲੱਗ ਹੈ। ਧਿਆਨ ਤੇ ਸੁਣਨਾ ਜਦੋਂ ਇਕੱਠੇ ਹੋਣਗੇ ਤਾਂ ਸਾਨੂੰ ਅੰਡਰਸਟੈਂਡਿੰਗ ਆਣੀ ਹੈ, ਸਮਝ ਆਣੀ ਹੈ। ਤਾਂ ਫਿਰ ਸਾਨੂੰ ਪਤਾ ਲੱਗਣਾ ਵੀ ਓਹੋ ਅੱਛਾ ਇਹ ਗੱਲ ਸੀ, ਹੁਣ ਸਮਝ ਆਈ। ਤਾਂ ਉਹ ਕਦੋਂ ਸਮਝ ਆਉਂਦੀ ਹੈ? ਜਦੋਂ ਸਾਡਾ ਧਿਆਨ ਵੀ ਹੁੰਦਾ ਤੇ ਅਸੀਂ ਸੁਣ ਵੀ ਰਹੇ ਹੁੰਦੇ। ਤਾਂ ਕਈ ਵਾਰੀ ਅਸੀਂ
ਸੁਣ ਤਾਂ ਰਹੇ ਹੁੰਨੇ ਆ ਪਰ ਸਾਡਾ ਧਿਆਨ ਨਹੀਂ ਹੁੰਦਾ, ਤੇ ਟੀਚਰ ਇੱਕਦਮ ਕਹਿ ਦਿੰਦਾ ਏ ਸਟੂਡੈਂਟ ਸਟੈਂਡ ਅਪ, ਜੀ ਮੈਮ ਮਾਈਸੈਲਫ ਤਾਂ ਉਸ ਨੂੰ ਇਹ ਲੱਗ ਰਿਹਾ ਹੁੰਦਾ ਵੀ ਸ਼ਾਇਦ ਮੈਨੂੰ ਕਿਹਾ ਕਿ ਕਿਸੇ ਹੋਰ ਨੂੰ ਕਿਹਾ, ਕਿਉਂਕਿ ਉਸ ਦਾ ਧਿਆਨ ਨਹੀਂ ਹੁੰਦਾ ਹੈ। ਤੋ ਇਸ ਕਰਕੇ ਧਿਆਨ ਨਾਲ ਸੁਣਨ ਦੇ ਨਾਲ ਜਿਹੜੀ ਸਮਝ ਬਣ ਜਾਂਦੀ ਹੈ, ਤੇ ਸਮਝ ਇਕੱਠੀ ਹੋ ਕੇ ਗਿਆਨ ਬਣ ਜਾਂਦੀ ਹੈ, ਤੇ ਗਿਆਨ ਦੇ ਨਾਲ ਕੌਨਫੀਡੈਂਸ ਆਉਂਦਾ ਹੈ, ਤੇ ਉਹ ਜਿਹੜਾ ਕੌਨਫੀਡੈਂਸ ਹੈ ਉਹ ਸਾਨੂੰ ਸਕਸੈਸ ਵੱਲ ਨੂੰ ਲੈ ਕੇ ਜਾਂਦਾ। ਤੇ ਸਕਸੈਸਫੁਲ ਲਾਈਫ ਜਿਉਣ ਦਾ ਇੱਕੋ ਇੱਕ ਤਰੀਕਾ ਜਿਹੜਾ ਹੈਗਾ, ਉਹ ਸਿਰਫ ਤੇ ਸਿਰਫ ਇੱਕ ਫਾਰਮੂਲਾ ਜਿਹੜੇ ਮੇਰੇ ਪੇਰੈਂਟਸ ਨੇ, ਤੁਹਾਡੇ ਪੇਰੈਂਟਸ ਨੇ, ਸਾਨੂੰ ਸਾਰਿਆਂ ਨੂੰ, ਸਮਾਜ ਨੂੰ ਇੱਕ ਦਿੱਤਾ ਗਿਆ, ਟੀਚਰਸ ਨੇ ਦਿੱਤਾ ਵੀ ਧਿਆਨ ਨਾਲ ਸੁਣ, ਧਿਆਨ ਨਾਲ ਚੱਲ, ਧਿਆਨ ਨਾਲ ਲਿਖ, ਧਿਆਨ ਨਾਲ ਕੰਮ ਕਰਿਆ ਕਰ, ਬਸ ਦਿਸ ਇਜ਼ ਰਿਕੁਆਇਰਡ। ਤੇ ਮੈਂ ਕਹਿੰਦਾ ਜੇ ਬੱਚਾ ਧਿਆਨ ਨਾਲ ਜਮਾਤ ਦੇ ਵਿੱਚ ਬੈਠ ਗਿਆ ਨਾ, ਬਸ ਕਿਤੇ ਜਾਣ ਦੀ ਲੋੜ ਨਹੀਂ ਹੈ ਉਸਨੂੰ, ਟੀਚਰ ਦੇ ਕੋਲ ਬਹੁਤ ਕੁਝ ਹੈ। ਤੇ ਬੱਚੇ ਦਾ ਜਿਹੜਾ ਕੌਨਫੀਡੈਂਸ ਹੈ ਇਹ ਹੋਣਾ ਚਾਹੀਦਾ ਕਿ ਮਾਈ ਟੀਚਰ ਨੋਜ਼ ਈਚ ਐਂਡ ਐਵਰੀਥਿੰਗ, ਜਿਵੇਂ ਸਾਡਾ ਹੈਗਾ ਵੀ ਸਾਡਾ ਰੱਬ ਸਾਰਾ ਕੁਝ ਜਾਣਦਾ ਭਾਈ ਸਾਡਾ ਕੌਨਫੀਡੈਂਸ ਹੈ ਨਾ, ਮਿਲੇ ਤਾਂ ਕਦੇ ਨਹੀਂ ਹੈਗੇ, ਲੇਕਿਨ ਸਾਡਾ ਇੱਕ ਦ੍ਰਿੜ ਵਿਸ਼ਵਾਸ ਹੈ ਕਿ ਹਾਂ ਬਿਲ ਹੈ, ਦੈਟ ਫੇਥ ਇਜ਼ ਰਿਕੁਆਇਰਡ ਇਨ ਦਾ ਕਲਾਸਰੂਮ ਆਲਸੋ। ਤੇ ਜਦੋਂ ਕਲਾਸਰੂਮ ਦੇ ਵਿੱਚ ਉਹ ਫੇਥ ਬਣ ਗਿਆ ਬੱਚਿਆਂ ਦਾ, ਤਾਂ ਮੇਰੇ ਖਿਆਲ ਦੇ ਵਿੱਚ ਟੀਚਰ ਤੋਂ ਇਲਾਵਾ ਉਹਨੂੰ ਕੁਝ ਨਜ਼ਰ ਹੀ ਨਹੀਂ ਆਊਗਾ, ਤੇ ਉਹ ਫਿਰ ਜੋ ਮਰਜ਼ੀ ਕਰ ਸਕਦਾ, ਤੇ ਟੀਚਰ ਜੋ ਮਰਜ਼ੀ ਕਰਵਾ ਸਕਦਾ ਫਿਰ। ਤੇ ਰਸ਼ੀਅਨ ਇੱਕ ਕੋਟ ਹੈ ਕਿ ਅਗਰ ਤੁਸੀਂ ਆਪਣੇ ਨੇਸ਼ਨ ਦੇ ਵਿੱਚ ਕੁਝ ਚੇਂਜਸ ਲਿਆਉਣਾ ਚਾਹੁੰਦੇ ਹੋ ਤਾਂ ਗਿਵ ਮੀ ਵਨ ਓਨੈਸਟ ਟੀਚਰ। ਦੇਖੋ ਕਿੰਨੀ ਵੱਡੀ ਗੱਲ ਹੈ ਨਾ। There are so many professions, but he is writing like this कि give me one honest teacher. Honest means it includes sincerity, it includes dedication, devotion, each and everything. ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਤਾਂ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਕਿ ਪਰਮਾਤਮਾ ਨੇ ਸਾਨੂੰ ਜੇ ਮੌਕਾ ਦਿੱਤਾ ਹੈ ਤਾਂ ਅਸੀਂ ਇਸ ਜ਼ਿੰਦਗੀ ਨੂੰ ਇਸ ਤਰ੍ਹਾਂ ਦਾ ਗੁਜ਼ਾਰ ਲਈਏ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਮਿਲ ਕੇ ਇਹ ਉਪਰਾਲਾ ਕੀਤਾ। ਦੇਖੋ ਤੁਸੀਂ ਵੀ ਘਰ ਦੇ ਵਿੱਚ ਬੈਠ ਕੇ ਆਪਣਾ ਘਰ ਦਾ ਕੰਮ ਕਰ ਸਕਦੇ ਸੀਗੇ, ਲੇਕਿਨ ਸ਼ਿਵਾਨੀ ਸਿੰਘ ਔਰ ਜਸਪ੍ਰੀਤ ਜੀ, ਇੰਦਰਪਾਲ ਜੀ, ਤੁਹਾਡਾ ਇੱਕ ਇਹ ਉਪਰਾਲਾ ਕਿ ਜਿਸ ਦੇ ਨਾਲ ਘਰ ਘਰ ਦੇ ਵਿੱਚ ਆਵਾਜ਼ ਪਹੁੰਚੇ, ਠੀਕ ਹੈ ਨਾ, ਇਹ ਤੁਹਾਡਾ ਸੁਪਨਾ ਹੈ, ਮਤਲਬ ਡ੍ਰੀਮ ਹੈ ਤੁਹਾਡਾ, ਤੇ ਉਹ ਡ੍ਰੀਮ ਨੂੰ ਤੁਸੀਂ ਟਰੂ ਕਰਨ ਦੇ ਵਿੱਚ ਕਮਾਲ ਦੀ ਮਤਲਬ ਮਹਿਸੂਸ ਕਰ ਰਹੇ ਹੋ, ਔਰ ਕਿਤੋਂ ਨਾ ਕਿਤੋਂ ਕੁਝ ਇਸ ਤਰ੍ਹਾਂ ਦੇ ਮਤਲਬ ਵੀ ਲੱਭਦੇ ਹੋ ਪੁਆਇੰਟਸ ਜਿਨ੍ਹਾਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਹੋਰ ਤਰੱਕੀ ਹੋ ਸਕੇ। ਤਾਂ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਕਿ ਮੇਰੇ ਮਾਤਾ ਪਿਤਾ ਜਦੋਂ ਮੈਨੂੰ ਲੈ ਕੇ ਗਏ ਮੇਰੇ ਟੀਚਰ ਕੋਲੇ, ਤਾਂ ਉਸ ਤੋਂ ਬਾਅਦ ਮੇਰੇ ਕੋਲ ਇੱਕ ਬਹੁਤ ਹੀ ਜ਼ਿਆਦਾ ਮਤਲਬ ਵੀ ਸੁਲਝੇ ਹੋਏ, ਹੁਣ ਉਹ ਇਸ ਸੰਸਾਰ ਦੇ ਵਿੱਚ ਨਹੀਂ ਹੈ, ਸੰਤ ਗਿਆਨੀ ਮੋਹਨ ਸਿੰਘ ਜੀ। ਤਾਂ ਮਤਲਬ ਉਹ ਮੇਰੇ ਗਾਈਡ, ਉਹ ਮੇਰੇ ਸਭ ਕੁਝ, ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਜਾ ਕੇ ਬੇਟਾ ਪੜ੍ਹਾਈ ਸ਼ੁਰੂ ਕਰੋ, ਇਸ ਤਰ੍ਹਾਂ ਦੇ ਨਾਲ ਕਰੋ, ਇਹ ਚੀਜ਼ਾਂ ਕਰੋ, ਇਸ ਦੇ ਵਿੱਚ ਇਹ ਕਰਨਾ ਹੈ, ਇਹ ਕਰਨਾ ਹੈ। ਉਹਨਾਂ ਨੇ ਜਦੋਂ ਗਾਈਡ ਕੀਤਾ ਨਾ, ਤਾਂ ਮੈਂ ਕਾਲਜ ਦੇ ਵਿੱਚ ਫਸਟ ਹੀ ਆਉਂਦਾ ਰਿਹਾ। ਤੇ ਮਤਲਬ ਮੈਨੂੰ ਪੜ੍ਹਨਾ ਨਹੀਂ ਆਉਂਦਾ ਹੁੰਦਾ ਸੀਗਾ। ਮੈਂ ਆਪਣੇ ਸਾਰੇ ਵਿਊਜ਼ ਨੂੰ ਇਹ ਵੀ ਦੱਸਣ ਦੇ ਵਿੱਚ ਸੰਕੋਚ ਨਹੀਂ ਕਰਾਂਗਾ ਕਿ ਇੱਕ ਟਾਈਮ ਐਸਾ ਸੀਗਾ ਕਿ ਜਦੋਂ ਮੈਂ ਇੱਕ ਦੁਕਾਨ ਦੇ ਉੱਤੇ ਬੈਠ ਕੇ ਦੀਵੇ ਵੇਚਦਾ ਹੁੰਦਾ ਸੀਗਾ, ਕੈਨ ਯੂ ਇਮੇਜਿਨ। ਲੇਕਿਨ ਉਹ ਸ਼ਖਸੀਅਤ ਨੂੰ ਘੜਿਆ ਕਿਸ ਨੇ? ਉਹ ਮੇਰੇ ਗਾਈਡ ਨੇ। ਉਹ ਮੇਰੇ ਗਾਈਡ ਨੇ ਹਮੇਸ਼ਾ ਇਹ ਕਹਿਣਾ ਕਿ ਮੇਰੇ ਕੋਲ ਕੁਝ ਨਹੀਂ ਹੈਗਾ, ਜੋ ਕੁਝ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਖੜ ਜਾ ਤੇ ਮੰਗ ਲੈ, ਤੈਨੂੰ ਮਿਲ ਜਾ। ਉਹ ਇਮੀਡੀਏਟਲੀ ਮਿਲ ਜਾਂਦਾ। ਤਾਂ ਮਤਲਬ ਇਹ ਇੰਨੀ ਪਾਵਰ, ਮਤਲਬ ਵੀ ਮੇਰੇ ਗਾਈਡ ਨੇ ਮੈਨੂੰ ਜਿਹੜੀ ਦਿਖਾਤਾ, ਰਸਤਾ ਦਿਖਾਤਾ ਨਾ, ਮਤਲਬ ਹੁਣ ਮੈਂ ਸੋਚਦਾ ਵੀ ਕਦੇ ਦੇਖਦਾ ਆਪਣੇ ਕਾਰ ਵੱਲ ਦੇਖਦਾ ਤੇ ਕਦੇ ਮੈਂ ਆਪਣੇ ਦੀਵਿਆਂ ਵੱਲ ਦੇਖਦਾ, ਤੇ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਉਹੀ ਹਾਂ, ਪਰ ਇਸ ਦੇ ਪਿੱਛੇ ਕੌਣ ਹੈ? ਉਹ ਮੇਰਾ ਗਾਈਡ। ਉਸ ਦੇ ਪਿੱਛੇ ਕੌਣ ਹੈ? ਉਹ ਮੇਰੇ ਪੇਰੈਂਟਸ। ਤੇ ਉਸ ਦੇ ਪਿੱਛੇ ਕੌਣ ਹੈ? ਉਹ ਮੇਰਾ ਰੱਬ, ਜਿਸ ਨੇ ਮੈਨੂੰ ਇਹ ਰੂਪ ਦਿੱਤਾ ਤੇ ਜਿਸ ਨੇ ਮੈਨੂੰ ਬਣਾਇਆ, ਤੇ ਜਿਸ ਨੇ ਮੇਰੇ ਵਿੱਚ ਇਹ ਮਤਲਬ ਵੀ ਸੌਫਟਵੇਅਰ ਪਾਇਆ ਕਿ ਜਿਸ ਦੇ ਨਾਲ ਮੈਂ ਆਪਣਾ ਹਾਰਡਵੇਅਰ ਐਂਡ ਸੌਫਟਵੇਅਰ ਦੋਨੋਂ ਬਣਾ ਕੇ ਉਸਨੇ ਭੇਜੇ ਹੈ। ਲੇਕਿਨ ਉਸਨੂੰ ਅਸੀਂ ਯੂਟਿਲਾਈਜ਼ ਕਿੰਨਾ ਕਰਦੇ ਹਾਂ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਬਿਲਕੁਲ ਸਰ ਬਹੁਤ ਅੱਛਾ, ਬਹੁਤ ਵਧੀਆ ਸਰ। ਲਾਈਕ ਇਹ ਸਾਡਾ ਬਹੁਤ ਦਿਲ ਕਰ ਤੁਹਾਨੂੰ ਸੁਣੀ ਜਾਈਏ, ਲਾਈਕ ਇੰਨਾ ਕੁਝ ਸਿੱਖਣ ਨੂੰ ਮਿਲ ਰਿਹਾ ਨਾ ਤੁਹਾਡੀਆਂ ਗੱਲਾਂ ਚੋਂ ਸਰ, ਵੀ ਕਾਂਟ ਇਵਨ ਐਕਸਪ੍ਰੈਸ ਇਨ ਵਰਡਸ। ਬਾਕੀ ਸਰ ਇੱਕ ਕੁਐਸਚਨ ਹੋਰ ਮੇਰੇ ਮਾਈਂਡ 'ਚ ਆ ਰਿਹਾ ਸੀਗਾ, ਜਿਹੜਾ ਤੁਸੀਂ ਨਾਮ ਰੱਖਿਆ ਆਪਣਾ ਲੈਬਸ ਔਨ ਵੀਲਸ, ਸਰ ਇਹ ਨਾਮ ਕਿਉਂ ਡਿਸਾਈਡ ਕੀਤਾ? ਇਹਦੇ ਪਿੱਛੇ ਕੀ ਰੀਜ਼ਨ ਹੈ? ਪਲੀਜ਼ ਦੱਸੋ ਸਰ। ਲੈਬ ਔਨ ਵੀਲਸ ਦੇ ਪਿੱਛੇ ਨਾ ਇੱਕ ਛੋਟੀ ਜਿਹੀ ਕਹਾਣੀ ਹੈ, 1 ਮਿੰਟ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਉਹ ਕਹਾਣੀ ਕੀ ਹੈ। ਕਿ ਜਿਹੜੀ ਇਹ ਲੈਬ ਔਨ ਵੀਲਸ ਸਟਾਰਟ ਹੋਈ, ਉਸ ਦੇ ਪਿੱਛੇ ਹੈ, ਮੈਂ ਇੱਕ ਜਗ੍ਹਾ ਨਾ ਐਗਜ਼ਾਮ ਲੈਣ ਗਿਆ, ਬੋਰਡ ਦੇ ਐਗਜ਼ਾਮਸ ਹੁੰਦੇ ਆ ਨਾ, ਤਾਂ ਉੱਥੇ ਜਦੋਂ ਮੈਂ ਗਿਆ ਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਐਗਜ਼ਾਮ ਸੀ। ਤਾਂ ਉਹ ਸਟੂਡੈਂਟਸ ਮੇਰੇ ਕੋਲ ਆਏ, 20 ਸਟੂਡੈਂਟਸ ਦਾ ਇੱਕ ਗਰੁੱਪ ਹੋਇਆ ਕਰਦਾ, ਪ੍ਰੈਕਟੀਕਲ ਗਰੁੱਪ, ਯਾਨੀ ਕਿ ਅਸੀਂ ਜਦੋਂ ਅਸੀਂ ਕਰਦੇ ਟੈਸਟ ਕਰਦੇ ਤਾਂ ਹੁਣ ਉਹ 25 ਨੰਬਰ ਦਾ ਹੁੰਦਾ। ਤਾਂ ਉਹ ਜਦੋਂ ਸਟੂਡੈਂਟਸ ਮੇਰੇ ਕੋਲ ਆਏ ਤਾਂ 15 ਮਿੰਟ ਬਾਅਦ ਹੀ ਮੈਨੂੰ ਕਹਿਣ ਲੱਗੇ, ਸ਼ੀਟਸ ਵੰਡਤੀਆਂ, ਨਾਮ ਲਿਖ ਲਿਆ ਉਹਨਾਂ ਨੇ, ਉਹ ਸਾਰਾ ਕੁਝ ਹੋ ਗਿਆ।
ਕਹਿੰਦੇ ਸਰ ਅਸੀਂ ਜਾਈਏ ਹੁਣ, ਸਾਡੇ ਸਾਈਨ ਕਰਵਾ ਲਓ। ਮੈਂ ਕਿਹਾ what do you mean, your practical time is 2 to 5, you have to sit over here। ਤਾਂ ਉਹ ਕਹਿੰਦੇ ਨਹੀਂ ਸਰ, ਸਾਡੇ ਟੀਚਰ ਨੇ ਤਾਂ ਕਿਹਾ ਸੀਗਾ ਬਸ ਇੱਕ ਸਾਈਨ ਜੇ ਕਰਵਾਉਣਗੇ ਤੇ ਤੁਸੀਂ ਬਸ ਆ ਜਾਣਾ ਬਸ। ਮੈਂ ਕਿਹਾ ਨਹੀਂ, ਮੇਰੇ ਕੋਲ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ, ਮੇਰੇ ਕੋਲ ਤਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਪਊਗਾ। ਤੇ ਮਾਈ ਕੌਨਸ਼ੀਅਸ ਅਲਾਉ ਨਹੀਂ ਕਰਦੀ, ਮੇਰੀ ਕੌਨਸ਼ੀਅਸ ਇਸ ਗੱਲ ਨੂੰ ਕਿ ਮੈਂ ਤੁਹਾਨੂੰ ਬਗੈਰ ਕਰਵਾਈ ਤੁਹਾਡੇ ਨੰਬਰ ਲਗਾ ਦਾਂ, ਨਹੀਂ। ਤਾਂ ਮੈਨੂੰ ਤੁਸੀਂ ਕਹਿੰਦੇ ਸਰ ਅਸੀਂ ਕਦੇ ਸਕੂਲ ਦੇ ਵਿੱਚ ਕੀਤਾ ਹੀ ਨਹੀਂ ਹੈ, ਅਸੀਂ ਤੁਹਾਨੂੰ ਕਿਸ ਤਰ੍ਹਾਂ ਕਰਕੇ ਦਿਖਾ ਸਕਦੇ ਹਾਂ, ਸਾਨੂੰ ਪਤਾ ਹੀ ਨਹੀਂ ਹੈਗਾ। ਮੈਂ ਕਿਹਾ ਦੇਖੋ ਜੋ ਤੁਹਾਨੂੰ ਪਤਾ ਹੈ। ਕਹਿੰਦੇ ਜੀ ਉਹ ਕਾਪੀ ਪ੍ਰੈਕਟੀਕਲ ਦੀ ਖੋਲ ਕੇ ਅਸੀਂ ਲਿਖ ਦਿੰਨੇ ਆ। ਮੈਂ ਕਿਹਾ ਨੋ, ਇਟਸ ਨਾਟ ਅਲਾਉਡ, ਕਾਪੀ ਤਾਂ ਖੋਲਣੀ ਨਹੀਂ ਨਾ ਹੈ, ਤੁਹਾਨੂੰ ਜੋ ਆਉਂਦਾ ਹੈ ਐਕਸਪੈਰੀਮੈਂਟ ਦਾ ਨਾਮ ਲਿਖੋ, ਪ੍ਰੋਸੀਜਰ ਲਿਖੋ, ਆਪਰੇਟਸ ਲਿਖੋ, ਜੋ ਜੋ ਤੁਸੀਂ ਜਿਵੇਂ ਕਰ। ਪਰ ਉਹ ਮਤਲਬ ਇੰਨੇ ਕੁ ਡਿਸਹਾਰਟਨਡ ਸੀਗੇ ਵੀ ਅਸੀਂ ਫਸ ਕਿੱਥੇ ਗਏ ਅੱਜ, ਕਿਹੜੇ ਟੀਚਰ ਕੋਲ ਫਸ ਗਏ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਬੇਟੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੁਸੀਂ ਇਸ ਤਰ੍ਹਾਂ ਕਰੋ ਵੀ ਦਿੱਕਤ ਕੋਈ ਨਹੀਂ ਹੈ, ਨੰਬਰ ਮੈਂ ਲਗਾਣੇ ਆ ਤੁਹਾਡੇ, ਲੇਕਿਨ ਨੰਬਰ ਤੁਹਾਡੇ ਕੈਲੀਬਰ ਦੇ ਨਾਲ ਲੱਗਣਗੇ। ਤਾਂ ਹੁਣ ਤੁਹਾਨੂੰ ਮੈਂ ਪਹਿਲਾਂ ਕਰਵਾਨਾ, ਫਿਰ ਇਸ ਨੂੰ ਤੁਸੀਂ ਕਰਕੇ ਦਿਖਾਇਓ ਤੇ ਫਿਰ ਮੈਂ ਤੁਹਾਨੂੰ ਮਾਰਕਸ ਦੇ ਦੂੰਗਾ, ਮੈਂ ਵੀ ਖੁਸ਼ ਤੇ ਤੁਸੀਂ ਵੀ ਖੁਸ਼। ਕਹਿੰਦੇ ਚਲੋ ਸਰ ਇਸ ਤਰ੍ਹਾਂ ਕਰਦੇ। ਤਾਂ ਮੇਰੇ ਕੋਲ 2-3 ਚੀਜ਼ਾਂ ਸੀਗੀਆਂ, ਲਿਟਮਸ ਪੇਪਰ ਵਗੈਰਾ ਸੀਗੇ, ਮੈਂ ਸ਼ੌਂਕ ਸੀਗਾ ਮੇਰਾ ਆਪਣਾ। ਤੇ ਹੁਣ ਕੀ ਸੀਗਾ ਕਿ ਹੋਰ ਚੀਜ਼ਾਂ ਕਿੱਥੋਂ ਲਿਆਵਾਂ, ਐਸਿਡ ਕਿੱਥੋਂ ਲਿਆਵਾਂ। ਮੈਂ ਸਕੂਲ ਨੂੰ ਕਿਹਾ ਕਿ ਉਹ ਕਹਿੰਦੇ ਜੀ ਸਾਡੀ ਲੈਬ ਤਾਂ ਜੀ ਲੌਕ ਹੈ ਜੀ, ਅਸੀਂ ਤਾਂ ਕਦੇ ਮਤਲਬ ਹੈ ਨਾ ਖੋਲੀ ਨਹੀਂ ਹੈ। ਤੇ ਮੈਂ ਕਿਹਾ ਚਲੋ ਕੋਈ ਗੱਲ ਨੋ ਪ੍ਰੋਬਲਮ। ਮੈਂ ਇੱਕ ਬੱਚੇ ਨੂੰ ਭੇਜਿਆ, ਮੈਂ ਕਿਹਾ ਬਾਹਰੋਂ ਨਾ ਜਾ ਕੇ ਕਿਤੋਂ ਨਿੰਬੂ ਅਰੇਂਜ ਕਰ, ਲੈਮਨ। ਤੇ ਉਹ ਲੈਮਨ ਲਿਆਇਆ। ਮੈਂ ਉਹਨਾਂ ਨੂੰ ਕਿਹਾ, ਮੈਂ ਸਕੂਲ ਵਾਲਿਆਂ ਨੂੰ ਮੈਂ ਕਿਹਾ ਸੋਪ ਤਾਂ ਹੈਗਾ ਤੁਹਾਡੇ ਕੋਲ? ਕਹਿੰਦੇ ਹਾਂਜੀ ਹਾਂਜੀ ਸੋਪ ਹੈਗਾ। ਤਾਂ soap as a base and lemon as an acid I have used over there। तो ਪ੍ਰੈਕਟੀਕਲ ਕਰਵਾਇਆ, ਔਰ ਕੁਝ ਪ੍ਰੈਕਟੀਕਲ ਮੈਨੂੰ ਹੱਥਾਂ ਦੇ ਨਾਲ ਕਰਵਾਣੇ, ਮਤਲਬ ਆਪਣੀ ਬਾਡੀ ਦੇ ਨਾਲ ਕਰਵਾਣੇ ਆਉਂਦੇ ਸੀਗੇ, ਮਤਲਬ ਮੇਰਾ ਸ਼ੌਂਕ ਸੀਗਾ ਤੇ ਮੈਂ ਉਹਨੂੰ ਡਿਵੈਲਪ ਕੀਤਾ ਹੋਇਆ ਸੀ। ਤੇ ਉਹ ਜਦੋਂ ਕਰਵਾਏ ਨਾ ਜੀ ਮੈਂ ਤੇ ਇੰਦਰਪਾਲ ਜੀ ਤੇ ਜਸਪ੍ਰੀਤ ਜੀ, ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਹੈਰਾਨ ਰਹਿ ਗਿਆ। ਔਰ ਬੱਚੇ ਜਿਹੜੇ ਹੈ 5 ਵਜੇ ਤੋਂ ਬਾਅਦ ਵੀ ਜਾਣਾ ਨਹੀਂ ਚਾਹ ਰਹੇ ਸੀ। 5:30 ਵਜ ਗਏ ਤੇ ਮੈਨੂੰ ਕਹਿਣਾ ਪਿਆ ਬੇਟੇ ਹੁਣ ਆਪਾਂ ਚੱਲੀਏ। ਨਾਈਸ। ਕਹਿੰਦੇ ਸਰ ਟਾਈਮ ਵੀ ਹੋ ਗਿਆ। ਤੇ ਫਿਰ ਉਹਨਾਂ ਨੇ ਜਿਹੜਾ ਐਕਸਪੈਰੀਮੈਂਟ ਪਰਫਾਰਮ ਕਰਕੇ ਦਿਖਾਏ, ਔਰ ਫਿਰ ਮੇਰੇ ਨਾਲ ਜੁੜ ਗਏ ਔਰ ਕਹਿੰਦੇ ਸਰ ਇਸ ਤਰ੍ਹਾਂ ਦਾ ਬੜਾ ਹੀ ਮਜ਼ਾ ਆਇਆ। ਉਸ ਤੋਂ ਬਾਅਦ ਫਿਰ ਮੇਰੀ ਟੀਚਰ ਟ੍ਰੇਨਿੰਗ 'ਚ ਡਿਊਟੀ ਲੱਗੀ। ਮੈਂ ਟੀਚਰਸ ਨੂੰ ਟ੍ਰੇਨਿੰਗ ਦੇਣ ਲਈ ਜਦੋਂ ਗਿਆ ਤੇ ਉੱਥੇ ਮੈਂ ਇਹੀ ਇੱਕ ਬਾਕਸ ਤਿਆਰ ਕਰ ਲਿਆ ਪਲਾਸਟਿਕ ਦਾ, ਔਰ ਉਸ ਬਾਕਸ ਦੇ ਵਿੱਚ ਇਹ ਸਮਾਨ ਪਾ ਕੇ ਜਦੋਂ ਮੈਂ ਲੈ ਕੇ ਗਿਆ ਤਾਂ ਉਹ ਟੀਚਰਸ ਨੇ ਕਿਹਾ ਸਰ ਅਮੇਜ਼ਿੰਗ, ਕਿ ਸਰ ਅਸੀਂ ਰੋਜ਼ ਲੈਕਚਰ ਸੁਣ ਬੋਰ ਹੋ ਜਾਂਦੇ ਸੀਗੇ, ਲੇਕਿਨ ਅੱਜ ਮਜ਼ਾ ਆਇਆ ਕਿ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਾਈ ਨਾ ਸਰ, ਬਹੁਤ ਅੱਛਾ ਲੱਗਿਆ ਸਾਨੂੰ। ਤੇ ਉਹ ਐਕਸਪੈਰੀਮੈਂਟੇਸ਼ਨ 'ਚ ਕੀ ਸੀਗਾ ਕਿ ਛੋਟੀਆਂ ਜਿਹੀਆਂ ਗੱਲਾਂ ਉਹਨਾਂ ਦੇ ਨਾਲ ਕਰਨੀਆਂ, ਤੇ ਬੱਚੇ ਨੂੰ ਕਿਸ ਤਰ੍ਹਾਂ ਦੇ ਨਾਲ ਪੈਨਸਲ ਪਕੜਾਣੀ ਹੈ ਨਾ, ਬੱਚੇ ਨੂੰ ਪੈਨਸਲ ਦੇ ਨਾਲ ਹੀ ਕਿਉਂ ਲਿਖਵਾਉਣਾ ਹੈ, ਬੱਚਾ ਪੈਨ ਕਿਉਂ ਯੂਜ਼ ਕਰੇ, ਕਦੋਂ ਯੂਜ਼ ਕਰੇ, ਹੈ ਨਾ। ਤੇ ਸਿੰਪਲ ਇੱਕ ਸਕੇਲ ਹੈ ਤੁਹਾਡੇ ਕੋਲ, ਉਸ ਸਕੇਲ ਨੂੰ ਅਸੀਂ ਫੁੱਟਾ ਕਹੀ ਜਾਂਦੇ ਹਾਂ, ਬਟ ਉਹ ਅੱਧੇ ਫੁੱਟ ਦਾ ਹੈ ਨਾ। ਇਹ ਛੋਟੀਆਂ ਗੱਲਾਂ ਉਹਦੇ ਵਿੱਚੋਂ ਲੱਭ ਕੇ, ਮਤਲਬ ਕ੍ਰੈਕ, ਜਿਸ ਤਰ੍ਹਾਂ ਤੁਸੀਂ ਅੱਜ ਲਿਖਿਆ ਨਾ, ਇਸ ਦਾ ਟਾਈਟਲ ਵੀ ਹੈ ਸਾਡਾ ਕ੍ਰੈਕ ਯੂਰ ਸਟੱਡੀ ਕੋਡ। ਉਹ ਸਟੱਡੀ ਕੋਡ ਨੂੰ ਕ੍ਰੈਕ ਕਰਨ ਦਾ ਇੱਕ ਤਰੀਕਾ ਹੈ ਕਿ ਉਸ ਦੇ ਵਿੱਚ ਹੁਣ ਮੈਂ ਇੱਕ ਥਾਪਰ ਯੂਨੀਵਰਸਿਟੀ ਦੇ ਵਿੱਚ ਵਿਜ਼ਿਟ ਕਰਾਇਆ ਆਪਣੇ ਸਟੂਡੈਂਟਸ ਨੂੰ। ਤੇ ਉਹ ਜਦੋਂ ਸਟੂਡੈਂਟਸ ਉੱਥੇ ਗਏ, ਲਾਇਬ੍ਰੇਰੀ ਇੱਕ ਵਨ ਆਫ ਦਾ ਬੈਸਟ ਲਾਇਬ੍ਰੇਰੀਜ਼ ਹੈ ਉੱਥੇ। ਤਾਂ ਉਹ ਜਦੋਂ ਸਟੇਅਰਸ ਦੇ ਉੱਤੇ ਚੜ੍ਹੇ ਨਾ ਜੀ, ਤਾਂ ਉੱਥੇ ਕੀ ਹੋਇਆ, ਮੈਂ ਕਿਹਾ ਉਤਰਿਆ ਜਦੋਂ, ਮੈਂ ਕਿਹਾ ਕਿੰਨੇ ਬੱਚੇ ਆ ਜਿਨ੍ਹਾਂ ਨੇ ਸਟੇਅਰਸ ਨੂੰ ਕਾਊਂਟ ਕੀਤਾ। ਓਹੋ ਸਰ ਇਹ ਤਾਂ ਅਸੀਂ ਖਿਆਲ ਹੀ ਨਹੀਂ ਕੀਤਾ ਹੈ। ਮੈਂ ਕਿਹਾ ਫਿਰ ਤੁਸੀਂ ਪੌੜੀਆਂ ਚੜ੍ਹ ਕੇ ਵੀ ਗਏ ਹੋ, ਪੌੜੀਆਂ ਉੱਤਰ ਕੇ ਵੀ ਆਏ ਹੋ, ਤੇ ਯੂ ਹੈਵ ਨਾਟ ਨੋਟਿਸ ਦੈਟ ਦਿਸ ਇਜ਼ ਟੈਕਨੋਲੋਜੀ। ਮੈਂ ਕਿਹਾ ਕੀ ਹੈ ਟੈਕਨੋਲੋਜੀ? ਦੇਖੋ ਮੈਂ ਇੱਕ ਬੱਚੇ ਨੂੰ ਕਿਹਾ, ਮੈਂ ਕਿਹਾ ਚੱਲ ਚੜ੍ਹ ਜਾ ਪੌੜੀਆਂ ਗਿਣ ਕੇ ਆ। ਹੁਣ ਉਹ ਪੌੜੀਆਂ ਬਹੁਤ ਸਾਰੀਆਂ ਸੀਗੀਆਂ, ਉਹ ਸ਼ੁਰੂ ਹੋ ਗਿਆ। ਜਦੋਂ ਪਹਿਲੇ ਸੈਕਟਰ ਦੇ ਵਿੱਚ ਗਿਆ ਨਾ, ਤਾਂ ਉੱਥੇ ਉਹ ਸਟੇਅਰਸ ਕਾਊਂਟ ਕਰਕੇ ਮੈਨੂੰ ਕਹਿੰਦਾ ਸਰ 9 ਇਜ਼ देयर। ਮੈਂ ਕਿਹਾ ਚੱਲ, ਫਿਰ ਉਹ ਚੱਲਣ ਲੱਗਿਆ 10 11। ਮੈਂ ਕਿਹਾ ਨੋ ਕਮ ਬੈਕ। ਮੈਂ ਕਿਹਾ 9 ਹੋ ਗਈਆਂ ਤੇ ਇਹਦੇ 6 ਸੈਕਟਰ ਹੈ, 9 into 6 54 ਹੋ ਗਿਆ ਟੋਟਲ, ਤੈਨੂੰ ਉੱਪਰ ਜਾਣ ਦੀ ਲੋੜ ਹੀ ਨਹੀਂ ਹੈ। ਸੋ ਦਿਸ ਇਜ਼ ਹਾਊ ਸਾਇੰਸ ਵਰਕਸ, ਕਿ ਕਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਵੀ ਸੂਰਜ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਕੋਈ ਸੂਰਜ ਤੇ ਗਿਆ ਤਾਂ ਨਹੀਂ ਨਾ ਹੈ, ਕਿਤੇ ਉੱਪਰ ਜਾ ਕੇ ਕਿਸੇ ਨੇ ਮਤਲਬ ਵੀ ਉਹ ਮੇਜਰਿੰਗ ਟੇਪ ਤਾਂ ਨਹੀਂ ਸੁੱਟੀ ਵੀ ਹਾਂਜੀ 15 ਕਰੋੜ ਕਿਲੋਮੀਟਰ ਹੋ ਗਿਆ। ਸੋ ਦਿਸ ਇਜ਼ ਹਾਊ ਸਾਇੰਸ ਵਰਕਸ। ਤੇ ਬੱਚਿਆਂ ਨੂੰ ਇਹ ਚੀਜ਼ਾਂ ਦੱਸਣੀਆਂ, ਔਰ ਉਹਨਾਂ ਦੇ ਵਿੱਚ ਇਹ ਮਤਲਬ ਇੰਟਰਸਟ ਕ੍ਰੀਏਟ ਕਰਦਾ। ਓ ਵਾਓ, ਅਰਥ ਇਜ਼ ਮੂਵਿੰਗ, ਵਾਈ ਇਟਸ ਮਤਲਬ ਰੋਟੇਟਿੰਗ ਐਂਡ ਰੈਵੋਲਿਊਟਿੰਗ। ਰੈਵੋਲਿਊਸ਼ਨ ਵੀ ਹੈ ਉਹਦੇ ਵਿੱਚ, ਔਰ ਰੋਟੇਸ਼ਨ ਵੀ ਹੈ, ਦੋ ਤਰ੍ਹਾਂ ਦੀਆਂ ਉਹਦੇ ਵਿੱਚ। ਇੱਕ ਦੇ ਨਾਲ ਅਸੀਂ ਕਹਤਾ ਵੀ ਦਿਨ ਰਾਤ ਬਣਨੇ, ਇੱਕ ਦੇ ਨਾਲ ਮੌਸਮ ਚੇਂਜ ਹੋ ਰਿਹਾ ਸਾਡੇ ਕੋਲ। ਤਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਤੇ ਜਦੋਂ ਸਾਡੇ ਬੱਚੇ ਦੇ ਕੋਲ ਬੇਸਿਕਸ ਆ ਜਾਣਗੇ ਨਾ, ਤਾਂ ਫਿਰ ਉਹ ਸਾਨੂੰ ਮਤਲਬ ਵੀ ਇੰਟਰਸਟ ਕ੍ਰੀਏਟ ਕਰ ਦੇਣਗੇ। ਟੀਚਰਸ ਦਾ ਇੰਟਰਸਟ ਕ੍ਰੀਏਟ ਹੋ ਗਿਆ। ਜਦੋਂ ਟੀਚਰ ਦਾ ਇੰਟਰਸਟ ਕ੍ਰੀਏਟ ਹੋਇਆ, ਤੇ ਹੁਣ ਉਹ ਸਾਰੇ ਜਿੰਨੇ ਹੈਗੇ ਸੀ ਉਹਨਾਂ ਨੂੰ ਸਾਰਿਆਂ ਨੂੰ ਕਹਿਣ ਲੱਗੇ ਸਾਨੂੰ ਐਕਸਪੈਰੀਮੈਂਟ ਕਰਾਓ। ਤਾਂ ਐਟ ਦੈਟ ਟਾਈਮ
ਉਹ ਸਾਡੇ ਲੈਬਸ ਦੇ ਵਿੱਚ ਵੀ ਕੋਈ ਇੰਨਾ ਸਮਾਨ ਨਹੀਂ ਹੁੰਦਾ ਸੀਗਾ, ਹੁਣ ਤਾਂ ਕਾਫੀ ਮਤਲਬ ਸੁਧਾਰ ਹੋ ਰਿਹਾ ਹੈ। ਲੇਕਿਨ ਉਸ ਦੇ ਵਿੱਚ ਕੀ ਸੀਗਾ, ਜੋ ਉਹਨਾਂ ਨੇ ਇੰਜੋਇਮੈਂਟ ਕੀਤੀ, ਮੈਂ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਉਹਨੂੰ ਬਰਨ ਕੀਤਾ ਨਾ, ਤਾਂ ਇੰਨੀ ਜ਼ਿਆਦਾ ਸਪਾਰਕਲਿੰਗ ਲਾਈਟ ਆਈ, ਤਾਂ ਸਾਰੇ ਬੜੇ ਹੈਰਾਨ ਸੀਗੇ, ਕਹਿੰਦੇ ਸਰ ਮਜ਼ਾ ਆ ਗਿਆ, ਹੈ ਨਾ। ਇਸ ਤਰ੍ਹਾਂ ਦੀਆਂ ਮਤਲਬ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹਨਾਂ ਨੂੰ ਮੈਥਮੈਟਿਕਸ ਦੀਆਂ ਦੱਸੀਆਂ, ਟੇਬਲ ਦੀ ਫਾਰਮੇਸ਼ਨ ਕਰਾਣੀ ਦੱਸੀ। ਫਿਰ ਉਸ ਤੋਂ ਬਾਅਦ ਇਹੀ ਜਿਹੜੇ ਬਾਕਸਿਸ ਸੀਗੇ ਨਾ ਪਲਾਸਟਿਕ ਦੇ, ਉਹ ਕਨਵਰਟ ਹੋ ਗਏ ਇੱਕ ਬੈਗ ਦੇ ਵਿੱਚ। ਹੁਣ ਉਹ ਜਿਹੜਾ ਬੈਗ ਹੈ, ਉਸ ਨੂੰ ਮੈਂ ਰੋਜ਼ ਕੈਰੀ ਨਹੀਂ ਕਰ ਸਕਦਾ, ਤਾਂ ਉਹ ਕਨਵਰਟ ਹੋ ਗਿਆ ਇੱਕ ਮੇਰੀ ਕਾਰ ਦੇ ਡਿੱਗੀ ਦੇ ਵਿੱਚ। ਕਾਰ ਦੀ ਡਿੱਗੀ ਦੇ ਵਿੱਚ ਬੈਗ ਆ ਗਿਆ। ਹੁਣ ਕਾਰ ਦੀ ਡਿੱਗੀ ਜਦੋਂ ਬੈਗ ਆਇਆ, ਤਾਂ ਇੱਕ ਸਾਇੰਸ ਫੇਅਰ ਲੱਗਿਆ ਹੋਇਆ ਸੀ, ਤਾਂ ਮੇਰੇ ਮਨ ਦੇ ਵਿੱਚ ਇੱਕਦਮ ਸਟ੍ਰਾਈਕ ਕੀਤਾ ਕਿ ਮੈਂ ਉਹਦੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ, ਮੈਂ ਕਿਹਾ ਜੀ ਮੇਰੇ ਦਿਮਾਗ ਦੇ ਵਿੱਚ ਇੱਕ ਡ੍ਰੀਮ ਆਇਆ ਹੈ ਕਿ ਲੈਬ ਔਨ ਵੀਲਸ। ਕਹਿੰਦੇ ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਜੀ ਮੈਂ ਇਹ ਸਮਾਨ ਕਾਰ ਦੇ ਉੱਤੇ ਡਿਸਪਲੇ ਕਰ ਲੈਣਾ ਹੈ, ਤੇ ਮੈਨੂੰ ਕੋਈ 5 ਲੱਖ ਦੇ ਕਮਰੇ ਦੀ ਲੋੜ ਨਹੀਂ ਹੈ, ਮੇਰਾ ਸਮਾਨ ਇਹਦੇ ਉੱਤੇ ਆ ਗਿਆ। ਮੈਨੂੰ ਇਹ ਨਹੀਂ ਹੈ ਵੀ ਪਹਿਲਾਂ ਮੈਨੂੰ ਲੈਬ ਬਣਾ ਕੇ ਦਿਓ ਤਾਂ ਮੈਂ ਐਕਸਪੈਰੀਮੈਂਟ ਕਰਾਉਂਗਾ ਨਾ। ਮੈਂ ਕਿਹਾ ਮੇਰੀ ਕਾਰ ਦੇ ਵਿੱਚ ਹੀ, ਕਾਰ ਦੀ ਜਿਹੜੀ ਛੱਤ ਹੈ ਜਾਂ ਸਾਈਡਾਂ ਹੈਗੀਆਂ, ਬੋਨਟ ਹੈ ਜਾਂ, ਹੈ ਨਾ, ਤਾਂ ਉਸ ਨੂੰ ਮੈਂ ਯੂਜ਼ ਕਰ ਲੂੰਗਾ ਐਜ਼ ਅ ਟੇਬਲ। ਤਾਂ ਉਸ ਨੂੰ ਮੈਂ ਐਜ਼ ਅ ਟੇਬਲ ਯੂਜ਼ ਕੀਤਾ। ਤਾਂ ਹੁਣ ਮੈਨੂੰ ਕਈ ਵਾਰੀ ਮੇਰੇ ਸਾਥੀ ਕਹਿੰਦੇ ਇਹ ਜਸਵਿੰਦਰ ਯਾਰ ਤੂੰ ਤਾਂ ਇਸ ਦੇ ਵਿੱਚ ਵੀ ਸਾਇੰਸ ਲਾਤੀ ਹੋਈ ਹੈ। ਜਿਹੜੇ ਮੈਂ ਬੈਨਰ ਲਗਾਉਣਾ ਨਾ ਜੀ ਉਸ ਕਾਰ ਦੇ ਉੱਤੇ, ਤਾਂ ਉਸ ਦੇ ਵਿੱਚ ਮੈਂ ਮੈਗਨੇਟ ਯੂਜ਼ ਕਰਦਾ, ਕੋਈ ਟੇਪ ਵਗੈਰਾ ਨਹੀਂ ਯੂਜ਼ ਕਰਦਾ। ਉਹ ਆਇਰਨ ਹੈ ਜਿਹੜਾ, ਉਹ ਅਟਰੈਕਟ ਹੋ ਕੇ ਬਸ ਨਾਲ ਦੀ ਨਾਲ ਮੈਗਨੇਟ ਦੇ ਨਾਲ ਕੋਈ ਸਕ੍ਰੈਚ ਨਹੀਂ ਪੈਂਦਾ, ਕੁਝ ਨਹੀਂ ਪੈਂਦਾ। ਦਿਸ ਇਜ਼ ਦਾ ਵੇ ਕਿ ਤੁਸੀਂ ਸੋਚਦੇ ਜਾਓ, ਤੁਹਾਡੇ ਕੋਲ ਰਸਤੇ ਮਿਲਦੇ ਜਾਣਗੇ। ਤੇ ਮੈਂ ਇੱਕ ਲਾਈਨ ਪੜ੍ਹੀ ਸੀ ਜਦੋਂ ਇੰਗਲਿਸ਼ ਦੇ ਟੀਚਰ ਮੈਨੂੰ ਪੜ੍ਹਾਉਂਦੇ ਸੀਗੇ ਕਿ ਵੇਅਰ देयर इज विल देयर इज अ वे। ਤਾਂ ਮੈਂ ਉਸ ਨੂੰ ਥੋੜਾ ਜਿਹਾ ਮਤਲਬ ਇਸ ਤਰ੍ਹਾਂ ਲਿੱਤਾ, ਵੇਅਰ देयर इज ਇੰਟਰਸਟ देयर इज विल। ਫਿਰ ਅਗਲੀ ਲਾਈਨ ਤਾਂ ਫਿਰ ਟੀਚਰ ਨੇ ਦੱਸੀ ਹੋਈ ਸੀ, ਵੇਅਰ देयर इज विल देयर इज अ वे। ਯੂ ਕੈਨ ਇਮੇਜਿਨ। ਤੇ ਇੰਟਰਸਟ ਹੈ ਤਾਂ ਤੁਹਾਡਾ ਵਿਲ ਹੈ। ਹਾਂ, ਤੁਹਾਡਾ ਦਿਲ ਕਰਦਾ ਹੈ ਵੀ ਮੈਂ ਇਹ ਕਰਾਂ, ਤਾਂ ਤੁਸੀਂ ਕਰ ਸਕਦੇ ਹੋ। ਹਰ ਕੰਮ ਪੋਸੀਬਲ ਹੈ। ਤਾਂ ਇਸ ਤਰ੍ਹਾਂ ਦੇ ਨਾਲ ਉਹ ਫਿਰ ਲੈਬ ਇਨ ਵੀਲਸ ਜਿਹੜੀ ਪਪੂਲਰ ਹੁੰਦੀ ਰਹੀ। ਇੱਥੇ ਮੈਂ ਇੱਕ ਸਾਡੀ ਜੋ ਮਤਲਬ ਵੀ ਸਾਡੇ ਸਾਇੰਟਿਸਟ ਹੈ ਸਾਡੇ ਕੰਟਰੀ ਦੇ, ਉਹਨਾਂ ਨੂੰ ਐਪਰੀਸ਼ੀਏਟ ਕਰਨਾ। ਕਿਉਂਕਿ ਮੇਰੇ ਇੱਕ ਫਰੈਂਡ ਨੇ ਆ ਕੇ ਕਿਹਾ ਮੈਨੂੰ ਕਿ ਜਸਵਿੰਦਰ ਯਾਰ ਤੇਰਾ ਨਾ ਕੰਸੈਪਟ ਹੈ ਜਿਹੜਾ, ਇਹ ਬੜਾ ਡਿਫਰੈਂਟ ਹੈ, ਤੇ ਤੂੰ ਇਸ ਨੂੰ ਨਾ ਇੱਕ ਪੇਜ ਲਿਖ ਕੇ ਭੇਜ ਦੇ। ਇਹ ਟ੍ਰਿਬਿਊਨ ਚ ਆਇਆ ਤੇ ਉਹਨਾਂ ਨੇ ਮੰਗਿਆ। ਤੇ ਰੀਅਲੀ ਮੈਂ ਕਿਹਾ ਨਹੀਂ, ਮੈਂ ਤਾਂ ਹਾਲੇ 15-20 ਜਿਹੜੀਆਂ ਹੈਗੀਆਂ ਕੀਤੀਆਂ ਹੈਗੀਆਂ, ਇਹ ਐਗਜ਼ੀਬਿਸ਼ਨਸ ਕੀਤੀਆਂ, ਤੇ ਨਹੀਂ, ਆਈ ਹੈਵ ਸਟਾਰਟਡ 1 ਨਵੰਬਰ 2012। ਤਾਂ ਉਸ ਤੋਂ ਬਾਅਦ 2 ਮਹੀਨੇ ਹੋਏ ਸੀਗੇ ਹਲੇ। ਜਨਵਰੀ ਦੇ ਵਿੱਚ ਇਹ ਆ ਗਿਆ, ਤੇ ਜਨਵਰੀ ਦੇ ਵਿੱਚ ਮੈਂ ਇੱਕ ਪੇਜ ਲਿਖਿਆ A4। ਆਈ ਰਿਮੈਂਬਰਡ ਕਿ ਉਹ A4 ਤੇ ਮੈਂ ਲਿਖਿਆ ਵੀ ਮੈਂ ਇਹ ਕੰਮ ਕਰ ਰਿਹਾ। ਤੇ ਦੋ ਸਾਇੰਟਿਸਟ ਐਪਰੀਸ਼ੀਏਟਡ ਅ ਲੋਟ, ਐਂਡ ਇਨ ਦ ਮਿਡ ਆਫ ਦ ਫੈਬਰੂਰੀ ਦੇ ਸੈਂਟ ਮੀ ਅ ਮੈਸੇਜ ਕਿ ਸਰਦਾਰ ਜੀ ਯੂ ਆਰ ਸਿਲੈਕਟਡ ਫॉर ਨੈਸ਼ਨਲ ਅਵਾਰਡ ਫॉर ਪੋਪੂਲਰਾਈਜ਼ਿੰਗ ਸਾਇੰਸ। ਤਾਂ ਮੇਰੇ ਲਈ ਤਾਂ ਖੁਸ਼ੀ ਦੀ ਹੱਦ ਨਾ ਰਹੀ। ਤੇ ਮੇਰੇ ਘਰ ਦੇ ਮੈਂਬਰ ਕਿਹਾ ਕਰਨ ਕਿ ਤੁਸੀਂ ਉਹੀ ਤੁਰੇ ਰਹਿੰਦੇ ਹੋ ਕਾਰ ਚੱਕ ਕੇ, ਹੈ ਨਾ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਤੇ ਵੇਟ ਫॉर ਦਿਸ। ਤੇ ਉਹਨਾਂ ਨੇ ਜੀ ਮੈਨੂੰ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਦਿੱਤਾ। ਤੇ ਮੈਂ ਘਰੇ ਆ ਕੇ ਨਾ ਬਸ ਸਿਰਫ ਇਹੀ ਬੋਲਿਆ, ਮੈਂ ਕਿਹਾ ਆਹ ਚੱਕੋ ਵਿਦ ਇੰਟਰਸਟ। ਮਤਲਬ ਜੇ ਅਸੀਂ ਕੋਈ ਕੰਮ ਕਰਦੇ ਆ ਨਾ, ਤਾਂ ਭਾਵਨਾ ਰੱਖੋ, ਬਸ ਭਾਵਨਾ ਦੇ ਨਾਲ ਕੰਮ ਕਰੀ ਜਾਓ, ਤਾਂ ਤੁਹਾਡਾ ਕੰਮ ਉਹ ਸਫਲ ਹੀ ਸਫਲ ਰਹੇਗਾ। ਤਾਂ ਇਹ ਸੀ ਇਸ ਚੀਜ਼ ਦਾ ਸਫ਼ਰ, ਕਿਸ ਤਰ੍ਹਾਂ ਦੇ ਨਾਲ ਇਹ ਲੈਬ ਔਨ ਵੀਲਸ ਹੋਣ ਦੇ ਵਿੱਚ ਆਈ। ਤੇ ਇਸ ਦਾ ਜਿਹੜਾ ਨਾਮ ਹੈ ਮੈਂ ਜੈਸਵਿਨਸ ਲੈਬ ਔਨ ਵੀਲਸ ਇਸ ਕਰਕੇ ਰੱਖਿਆ ਕਿ ਜਸਵਿੰਦਰ ਸਿੰਘ ਤੋਂ ਫਿਰ ਮੈਂ ਜੈਸਵਿਨ ਲਿਆ, ਤੇ ਸਿੰਘ ਤੋਂ ਮੈਂ ਐਸ ਲੈ ਲਿਆ, ਤੇ ਜੈਸਵਿਨਸ ਬਣ ਗਿਆ। ਤੇ ਮੈਨੂੰ ਅੱਛਾ ਲੱਗਦਾ ਹੈਗਾ ਕਿ ਔਰ ਛੋਟਾ ਨਾਮ ਸਾਰਿਆਂ ਨੂੰ ਸੁਣਨ ਲਈ ਵੀ ਅੱਛਾ ਲੱਗਦਾ ਹੈ। ਛੋਟਾ ਵੀ ਆਨਸਰ ਬਹੁਤ ਡਿਫਰੈਂਟ ਕਨਸੈਪਟ ਹੈ। ਲਾਈਕ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਦੀ ਪਹਿਲਾਂ ਇਹ ਵਾਲਾ ਕਨਸੈਪਟ ਕਿਤੇ ਵੇਖਿਆ ਜਾਂ ਸੁਣਿਆ ਹੋਏਗਾ। ਸੋ ਇਟਸ ਰੀਲੀ ਐਪਰੀਸ਼ੀਏਟਡ ਆ ਕਿ ਤੁਸੀਂ ਇੰਨੀ ਯੂਨੀਕ, ਇੰਨਾ ਵਰਸਟਾਈਲ ਸੋਚ ਰੱਖੀ ਹੈ ਨਾ। ਬਾਕੀ ਪੰਜਾਬੀ 'ਚ ਵੀ ਕਹਿੰਦੇ ਨਾ, ਨੀਤਾਂ ਨੂੰ ਮੁਰਾਦਾਂ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਦਿਲੋਂ ਹਰ ਚੀਜ਼ ਨੂੰ ਕਰਵਾ ਰਹੇ ਹੋ। ਤੁਸੀਂ ਲਾਈਕ ਪ੍ਰੈਕਟੀਕਲੀ ਜ਼ਿਆਦਾ ਫੋਕਸ ਕਰਦੇ ਹੋ, ਹਨਾ, ਰੈਦਰ ਦੈਨ ਥਿਓਰੈਟੀਕਲੀ। ਉਹ ਪ੍ਰੈਕਟੀਕਲੀ ਕਰਕੇ ਹੀ ਮਤਲਬ ਇੱਕ ਇੰਟਰਸਟ ਬੱਚਿਆਂ 'ਚ ਕ੍ਰੀਏਟ ਹੁੰਦਾ ਆ। ਜਦੋਂ ਆਪਾਂ ਉਸ ਚੀਜ਼ ਨੂੰ ਇੱਕ ਕਿਤਾਬਾਂ 'ਚ ਪੜ੍ਹੀ ਜਾਵਾਂਗੇ, ਇਟ ਕੈਨ ਬੀ ਬੋਰਿੰਗ, ਹੈ ਨਾ, ਬੋਰਿੰਗ ਹੋ ਜਾਂਦੀਆਂ ਚੀਜ਼ਾਂ। ਬਟ ਯੈਸ ਪ੍ਰੈਕਟੀਕਲ ਇਹ ਡਿਪੈਂਡ ਕਰਦਾ ਜੀ ਸਾਡੇ ਤੇ। ਦੇਖੋ ਮੈਂ ਇੱਕ ਜਗ੍ਹਾ ਦੇ ਵਿੱਚ, ਜਦੋਂ ਮੈਂ 50 ਸਾਲ ਦਾ ਹੋਇਆ, ਹੁਣ ਮੈਂ 56 ਸਾਲ ਦਾ ਇਸ ਵੇਲੇ, ਹਾਂਜੀ, ਤੇ ਜਦੋਂ ਮੈਂ 50 ਸਾਲ ਦਾ ਹੋਇਆ ਨਾ, ਮੇਰੇ ਦਿਮਾਗ ਦੇ ਵਿੱਚ ਇੱਕ ਸਟ੍ਰਾਈਕ ਕੀਤਾ ਕਿ ਯਾਰ ਇਹ ਸਾਡੇ ਟੀਚਰਸ ਨੇ ਪੜ੍ਹਾਇਆ ਸੀਗਾ 206 ਹੱਡੀਆਂ ਹੁੰਦੀਆਂ ਮਨੁੱਖੀ ਸਰੀਰ ਦੇ ਵਿੱਚ, ਤੇ ਗਣਾਈਆਂ ਤਾਂ ਕਿਸੇ ਨੇ ਹੈ ਨਹੀਂ। ਤੇ ਹੁਣ ਕੀ ਕਰੀਏ? ਜੇ ਮੈਨੂੰ ਕਿਸੇ ਨੇ ਕੁਐਸਚਨ ਕਰਤਾ ਸਰ ਇਹ ਕਾਊਂਟ ਕਰਵਾਓ, ਮੈਂ ਕਿਹਾ ਮੈਂ ਤਾਂ ਫਸ ਜਾਊਂਗਾ। ਤਾਂ ਇਹ ਸਟਾਰਟਡ 50 ਸਾਲ ਦੀ ਉਮਰ ਦੇ ਵਿੱਚ ਮੈਂ ਹੱਡੀਆਂ ਗਿਣਨੀਆਂ ਸ਼ੁਰੂ ਕੀਤੀਆਂ, ਤੇ ਆਈ ਹੈਵ ਫਾਰਮੂਲੇਟਡ 1 ਫਾਰਮੂਲਾ ਫॉर दैट। ਔਰ ਉਹ ਫਾਰਮੂਲਾ ਇੰਨਾ ਅੱਜ ਕੱਲ੍ਹ ਪਪੂਲਰ ਹੈ ਕਿ ਯੂ ਕਾਂਟ ਮਤਲਬ ਇਮੇਜਿਨ ਕਿ ਇੱਕ ਮੈਂ ਨੰਬਰ ਲੱਭਿਆ 26, 27 ਤੇ 28।
ਉਸ ਦੇ ਨਾਲ ਨੰਬਰ ਆਫ ਬੋਨਸ। ਦੇਖੋ ਇਹ ਹਮੇਸ਼ਾ ਮੈਂ ਤਕਰੀਬਨ ਆਪਣੇ ਕੋਲ ਰੱਖਦਾ ਸਕੈਲੇਟਨ, ਹਿਊਮਨ ਸਕੈਲੇਟਨ। ਤਾਂ ਹੁਣ ਇਸ ਹਿਊਮਨ ਸਕੈਲੇਟਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਇਹ ਜਿਹੜੇ ਸਾਡੇ ਪੈਰ ਹੈ, ਪੈਰਾਂ ਦੇ ਵਿੱਚ 26 ਹੱਡੀਆਂ ਹੋਇਆ ਕਰਦੀਆਂ। ਇੱਕ ਪੈਰ 'ਚ 26 ਹੱਡੀਆਂ, ਤਾਂ ਦੋ ਪੈਰ ਹੋ ਗਏ 26 26, ਹੱਥ ਦੇ ਵਿੱਚ 27 ਹੁੰਦੀਆਂ, ਇਹ ਹੋ ਗਏ 27 27। ਤੇ ਉੱਪਰ ਵਾਲਾ ਇਹ ਵਾਲਾ ਪੋਰਸ਼ਨ ਹੈ ਜਿਹੜਾ ਫੇਸ, ਸਕਲ, ਈਅਰਸ, ਇਹ ਸਾਰਾ 28 ਹੋਇਆ ਕਰਦਾ। तो देखो कैसा सीक्वेंस बनया, 26 27 28, बड़ी Easy सिक्स to 27 remember. 28। Very easy to remember, है ना? ਹਾਂ ਈਜ਼ੀ ਟੂ ਰਿਮੈਂਬਰ। ਤਾਂ ਹੁਣ ਜਿਹੜਾ ਇਹ ਵਿੱਚ ਵਾਲਾ ਪੋਰਸ਼ਨ ਹੈ ਨਾ ਜੀ ਜਸਪ੍ਰੀਤ ਹਾਂਜੀ। ਜੀ, ਇਸ ਦੇ ਵਿੱਚ 52, that sum of these two foot you can say, ਹੈ ਨਾ, ਦੋਨੋਂ Yes. ਪੈਰਾਂ ਦੀਆਂ ਹੱਡੀਆਂ 26 ਜਮਾ 26 52 ਤੇ ਸੈਂਟਰ ਦੇ ਵਿੱਚ ਵੀ 52। ਤੇ ਹੁਣ ਕੀ ਰਹਿ ਗਿਆ ਮੇਰੇ ਕੋਲ, ਬਾਹਾਂ ਤੇ ਲੱਤਾਂ ਹੀ ਰਹਿ ਗਈਆਂ ਨਾ। Yes. ਬਾਹਾਂ ਇੱਧਰ ਵੀ 5, ਇੱਧਰ ਵੀ 5, ਇੱਧਰ ਵੀ 5, ਇੱਧਰ ਵੀ 5 ਤੇ 5 5, ਇਹ ਪੂਰੇ ਦਾ ਪੂਰਾ ਮੈਂ ਨਾ ਫਿਰ ਇਹਨਾਂ ਨੂੰ ਕਾਊਂਟ ਕਰਕੇ ਦਿਖਾ ਦਿੰਦਾ ਵੀ 28, then 5 5 10, then 52 in between, then 54, then 10, then 52। ਇਹ ਦੇਖੋ ਇਹ ਉੱਪਰ ਵਾਲਾ ਪੋਰਸ਼ਨ ਆ ਗਿਆ, ਇਹ ਬਾਹਾਂ ਆ ਗਈਆਂ ਸਾਡੇ ਕੋਲ, ਇਹ ਵਿੱਚ ਵਾਲਾ ਪੋਰਸ਼ਨ ਆ ਗਿਆ, ਇਹ ਹੱਥ ਆ ਗਏ ਸਾਡੇ ਕੋਲ, ਇਹ ਸਾਡੇ ਕੋਲ ਲੱਤਾਂ ਦੀਆਂ ਆ ਗਈਆਂ, ਇਹ ਪੈਰਾਂ ਦੀਆਂ ਆ ਗਈਆਂ। ਤਾਂ ਹੁਣ ਇਹ ਸਾਰਾ ਸਾਡੇ ਕੋਲ ਕੀ ਹੋ ਗਿਆ, 8 2 10 4 14 ਤੇ 2 16 ਹਾਸਲ ਹੈ, 1 3 ਤੇ 4 ਤੇ 5 9 ਤੇ 5 14 15 ਤੇ 5 20। ਲੋ ਜੀ ਇਹ 206 ਹੱਡੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੇ ਨਾਲ ਮੈਂ ਕਾਊਂਟ ਕਰਵਾ ਦਿੰਦਾ। ਤਾਂ ਸ਼ਾਇਦ ਹੈਰਾਨ ਹੋਵੋਗੇ ਤੁਸੀਂ ਇਸ ਗੱਲ ਨੂੰ ਸੁਣ ਕੇ ਕਿ ਇੰਨਾ ਆਸਾਨ ਸੀਗਾ ਇਹ ਹੱਡੀਆਂ ਗਿਣਨੀਆਂ ਸਰੀਰ ਦੀਆਂ। ਔਰ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇੱਕ ਟੀਚਰ ਕੁਝ ਵੀ ਡਿਵੈਲਪ ਕਰ ਸਕਦਾ।